ਜਿੱਥੇ ਜਾ ਕੇ ਇਲਾਜ ਦੇ ਸਾਰੇ ਵਿਧੀ ਵਿਧਾਨ ਖਤਮ ਹੋ ਜਾਂਦੇ ਨੇ ਤਾਂ ਫਿਰ ਸਾਡੇ ਕੋਲ ਇੱਕ ਬਦਲ ਰਹਿ ਜਾਂਦਾ ਹੈ, ਉਹ ਹੈ ਆਪਰੇਸ਼ਨ ਵਾਲਾ ਬਦਲ ਜਾਂ ਫਿਰ ਐਕਸਰਸਾइज वाला बदल। ਸਵੇਰੇ ਉੱਠ ਕੇ ਵਾਕ ਕਰੀਏ ਤੇ ਕਸਰਤ ਕਰੀਏ ਗਰਦਨ ਦੀ ਵੀ ਤੇ ਕਮਰ ਦੀ ਵੀ, ਇਹ ਬੜਾ ਜ਼ਰੂਰੀ ਹੈ ਤੇ ਜਿਹਦੇ ਨਾਲ ਮਾਸਪੇਸ਼ੀਆਂ ਮਜ਼ਬੂਤ ਰਹਿਣ। ਤੇ 95% ਤੋਂ ਜ਼ਿਆਦਾ ਮਰੀਜ਼ ਨੇ ਜਿਹੜੇ ਸਿਰਫ ਇਹਦੇ ਨਾਲ ਠੀਕ ਵੀ ਹੋ ਜਾਂਦੇ ਨੇ ਤੇ ਉਹਨਾਂ ਨੂੰ ਕਦੇ ਆਪਰੇਸ਼ਨ ਦੀ ਲੋੜ ਵੀ ਨਹੀਂ ਪੈਂਦੀ। ਬਹੁਤ ਦਰਦ ਰਹਿੰਦਾ ਸੀ ਪਿੱਛੇ ਬੈਕ 'ਚ, ਬਹੁਤ ਦਰਦ ਰਹਿੰਦਾ ਸੀ ਮੈਨੂੰ ਚੱਲਣ ਦੀ ਤਕਲੀਫ ਹੋਣ ਲੱਗੀ ਸੀਗੀ ਤੇ ਡਾਕਟਰ ਨੂੰ ਦਿਖਾਇਆ, ਇਹਨਾਂ ਨੂੰ ਐਕਸਰੇ ਦਸੀਆਂ 15-20 ਦਿਨ ਚ 3-4 ਸਾਲ ਦੀ ਪ੍ਰੋਬਲਮ 15-20 ਦਿਨ ਸਿਰਫ ਐਕਸਰੇ ਨਾਲ, ਜਿਹੜੀ ਐਕਸਰੇ ਨੇ ਇਹੀ ਦਸੀਆਂ, ਐਕਸਰੇ ਨੇ ਇਹੀ ਦਸੀਆਂ ਇਹਨਾਂ ਨੇ ਵੀ ਮੈਨੂੰ ਪਤਾ ਲੱਗਾ ਵੀ ਮੈਂ ਫਰਕ ਹੈ। ਕਰੋ ਤੁਸੀਂ ਇਸ ਤਰ੍ਹਾਂ ਸਿੱਧਾ ਕਰੋ, ਪੰਜਾ ਆਪਣੇ ਵੱਲ ਖਿੱਚੋ, ਠੀਕ ਹੈ, ਇਹਦੇ ਨਾਲ ਮਾਸਪੇਸ਼ੀ ਮਜ਼ਬੂਤ ਹੋਊਗੀ। ਲੱਤ ਨੂੰ ਸਿੱਧਾ ਉੱਪਰ ਲੈ ਕੇ ਜਾਣਾ ਆਪਣੇ ਵੱਲ, ਇੱਥੇ ਤੱਕ ਪੰਜਾ ਆਪਣੇ ਵੱਲ ਖਿੱਚਣਾ ਹੈ, ਠੀਕ ਹੈ। ਇਹ 3 ਕਸਰਤ ਤੁਸੀਂ ਰੋਜ਼ ਕਰਨੀਆਂ ਹੈਗੀਆਂ। ਤੁਸੀਂ ਕਹਿ ਰਹੇ ਸੀ ਕਿ ਜੀ ਡਾਕਟਰ ਨੇ ਕਿਹਾ ਸੀ ਵੀ ਤੁਹਾਡਾ ਆਪਰੇਸ਼ਨ ਉਹ ਹੋ। ਮੇਰੀ ਇੱਕ ਲੀਗਾਮੈਂਟ ਇੰਜਰੀ ਸੀ ਤਾਂ ਉਸ ਦੇ ਰਿਗਾਰਡਿੰਗ ਮੈਂ ਡਾਕਟਰ ਸਾਹਿਬ ਨਾਲ ਗੱਲ ਕੀਤੀ ਤਾਂ ਉਹ ਕਹਿੰਦੇ ਸਾਈਕਲਿੰਗ ਕਰੋ, ਤਾਂ ਉਸ ਤੋਂ ਬਾਅਦ ਫਰਕ ਪਿਆ ਕਾਫੀ। ਕੀ ਮੰਨਦੇ ਹੋ ਜਾਦੂ ਹੈ ਹੱਥਾਂ 'ਚ? ਬਿਲਕੁਲ ਜਾਦੂ ਹੈ ਜੀ, ਬਿਲਕੁਲ ਜਾਦੂ ਹੈ, ਬਿਲਕੁਲ। ਸਭ ਤੋਂ ਵੱਡੀ ਨਿਸ਼ਾਨੀ ਕੀ ਹੁੰਦੀ ਹੈ ਜਦੋਂ ਸਾਨੂੰ ਲੱਗੇ ਕਿ ਇਹ ਪ੍ਰੋਬਲਮ ਕਿਸੇ ਹੋਰ ਨਾਲ ਸੰਬੰਧਿਤ ਨਹੀਂ, ਰੀੜ੍ਹ ਦੀ ਹੱਡੀ ਨਾਲ ਸੰਬੰਧਿਤ ਹੈ? ਕਾਮਨ ਕਾਰਨ ਹੁੰਦਾ ਕਾਮਨ ਕੋਲਡ, ਨਜ਼ਲਾ ਜ਼ੁਕਾਮ, ਤੇ ਸੈਕਿੰਡ ਕਾਮਨ ਕਾਰਨ ਹੈ ਲੋ ਬੈਕ ਪੇਨ, ਕਮਰ ਦਾ ਦਰਦ। ਤਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਕਮਰ ਤੋਂ ਦਰਦ ਆਮ ਤੌਰ 'ਤੇ ਸਭ ਤੋਂ ਜ਼ਿਆਦਾ ਕਾਮਨ ਹੈਗਾ, ਜਾਂ ਗਰਦਨ ਦੇ ਵਿੱਚ ਦਰਦ ਹੈ। ਤੇ ਇਹਦੇ ਵਿੱਚ ਮਕੈਨੀਕਲ ਪੇਨ ਕਹਿੰਦੇ, ਮਕੈਨੀਕਲ ਮਤਲਬ ਜਿਵੇਂ ਕਮਰ ਦਾ ਦਰਦ ਹੈ ਖੜੇ ਹੋਣ ਦੇ ਨਾਲ ਜ਼ਿਆਦਾ ਹੁੰਦਾ ਹੈ, ਤੁਰਨ ਨਾਲ ਜ਼ਿਆਦਾ ਹੁੰਦਾ ਹੈ, ਜ਼ਿਆਦਾ ਲੰਬੇ ਟਾਈਮ ਤੱਕ ਬੈਠਣ ਨਾਲ ਹੁੰਦਾ ਹੈ। ਤਾਂ ਇਹ ਵਾਲੀ ਜਿਹੜੀ ਪ੍ਰੋਬਲਮ ਹੈ ਆਮ ਤੌਰ 'ਤੇ ਰੀੜ੍ਹ ਦੀ ਹੱਡੀ ਤੋਂ ਹੁੰਦੀ ਹੈ। ਇੱਥੇ ਦਰਦ ਹੈ ਨਾ, ਇੱਥੇ ਇੱਕ ਤਾਂ ਪਹਿਲਾਂ ਬਰਫ਼ ਦੀ ਸਟਕੋਰ ਕਰਨੀ ਹੈ, ਕਰਨੀ, ਠੀਕ ਹੈ ਨਾ। ਤੇ ਇੱਕ ਤੁਸੀਂ ਇਹਦੇ ਵਿੱਚ ਮੋਢੇ ਦੇ ਵਿੱਚ ਨਾ ਕਸਰਤ ਹੁੰਦੀ ਹੈ, ਉਹ ਕਰਿਆ ਕਰੋ, ਜਿਵੇਂ ਅੱਗੇ ਨੂੰ ਇਸ ਤਰ੍ਹਾਂ ਲਟਕਾ ਕੇ ਇਸ ਤਰ੍ਹਾਂ, ਠੀਕ ਹੈ। ਹਾਂ, ਪਰ ਸੁਪਰ ਸਪੈਸ਼ਲਿਸਟ ਦਾ ਜ਼ਮਾਨਾ ਹੈ, ਕਿਉਂਕਿ ਲੋਕਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਜੋ ਪ੍ਰੋਬਲਮ ਹੈ ਉਹ ਔਰਥੋ ਕੋਲ ਚਲੇ ਜਾਂਦੇ ਨੇ। ਔਰਥੋ ਤਾਂ ਸਾਰੀ ਹੱਡੀਆਂ ਦਾ ਹੋ ਗਏ, ਪਰ ਜੋ ਡਾਕਟਰ ਹਿਤੇਸ਼ ਗਰਗ ਨੇ ਇਹ ਸੁਪਰ ਸਪੈਸ਼ਲਿਸਟ ਨੇ। ਪਹਿਲੀ ਐਕਸਰਸਾਈਜ਼ ਕਰਨੀ ਹੈ, ਪੰਜਾ ਉੱਪਰ ਨੀਚੇ ਕਰਨਾ ਹੈ, ਬਿਲਕੁਲ ਆਪਣੇ ਵੱਲ ਖਿੱਚਣਾ ਹੈ, ਨੀਚੇ ਨੂੰ ਲਗਾਉਣਾ ਹੈ, ਇਸ ਤਰ੍ਹਾਂ ਹੀ ਇੱਧਰ ਹੁਣ ਲੈ ਲਓ। ਠੀਕ ਹੈ, ਬਸ। ਰੀੜ੍ਹ ਦੀ ਹੱਡੀ ਆ ਉਹ ਟੇਢੀ ਹੋ ਜਾਂਦੀ ਹੈ, ਜਿਹਨੂੰ ਆਪਾਂ ਕੁੱਬ ਕਹਿੰਦੇ ਨੇ ਪੰਜਾਬੀ 'ਚ, ਥੋੜ੍ਹਾ ਜਿਹਾ ਕੁੱਬ ਨਿਕਲਿਆ ਆਉਂਦਾ। ਤਾਂ ਫਿਰ ਡਾਕਟਰ ਸਾਹਿਬ ਨੇ ਜਦੋਂ ਡਾਇਗਨੋਸ ਕੀਤਾ ਤਾਂ ਪਹਿਲਾਂ ਸਾਰੇ ਟੈਸਟ ਹੋਏ, ਤਾਂ ਉਸ ਤੋਂ ਬਾਅਦ ਫਿਰ ਆਪਰੇਸ਼ਨ ਦੀ ਡੇਟ ਸਾਨੂੰ ਮਿਲੀ ਤੇ ਆਪਰੇਸ਼ਨ ਸਕਸੈਸਫੁਲ ਰਿਹਾ। ਤੁਹਾਨੂੰ ਇਹਨਾਂ ਦੀ ਪੁਰਾਣੀ ਇੱਕ ਫੋਟੋ ਦਿਖਾਉਣੇ ਆ ਜਿਸ ਦੇ ਵਿੱਚ ਇਸ ਬੱਚੇ ਦੀ ਜਿਹੜੀ ਰੀੜ੍ਹ ਦੀ ਹੱਡੀ ਹੈ ਉਹ ਬਿਲਕੁਲ ਵਿੰਗੀ ਹੋ ਚੁੱਕੀ ਹੈ। 9ਵੀਂ 'ਚ ਪੜ੍ਹਦਾ, ਹੁਣ ਬਿਲਕੁਲ ਸਿੱਧਾ ਹੈ। ਤਸਵੀਰ 'ਚ ਜਿਹੜੀ ਤੁਸੀਂ ਨਜ਼ਰ ਆ ਰਹੀ ਹੈ, ਤੁਹਾਨੂੰ ਜਿਹੜੀ ਤਸਵੀਰ ਨਜ਼ਰ ਆ ਰਹੀ ਹੈ ਉਹ ਤਸਵੀਰ ਦੇ ਵਿੱਚ ਇਹਦਾ ਮੋਢਾ ਇੱਕ ਪਾਸੇ ਤੋਂ ਜਿਹੜਾ ਉਹ ਝੁਕਿਆ ਹੋਇਆ ਨਜ਼ਰ ਆਉਂਦਾ। ਅੱਛਾ, ਪੀਜੀਆਈ 'ਚ ਵੀ ਦਿਖਾਇਆ ਸੀ, ਫਿਰ ਪੀਜੀਆਈ ਵਾਲੇ ਨੇ ਕੀ ਕਿਹਾ? ਪੀਜੀ ਵਾਲੇ ਕਹਿੰਦੇ ਜੀ ਵੀ ਅਸੀਂ ਸਰਜਰੀ ਦਾ ਕਰਦੇ ਹਾਂ, ਅਸੀਂ ਗਾਰੰਟੀ ਨਹੀਂ ਦਿੰਦੇ। ਕੁੱਬਾਪਨ ਵੀ ਕਹਿ ਦਿੰਦੇ ਆ। ਇਹ ਇੰਨਾ ਜ਼ਿਆਦਾ ਪਹਿਲਾਂ ਤਾਂ ਬਹੁਤ ਘੱਟ ਕਿਤੇ ਹੁੰਦਾ ਸੀ ਤੇ ਹੁਣ ਇੰਨਾ ਜ਼ਿਆਦਾ ਕਿਉਂ ਵੱਧ ਰਿਹਾ? ਪਰ ਇਹ ਕਾਫੀ ਕਮਜ਼ੋਰ ਪੋਰਸ਼ਨ ਹੁੰਦਾ ਹੈ। ਤਾਂ ਆਮ ਤੌਰ 'ਤੇ ਅਸੀਂ ਦੇਖਿਆ ਕਿ ਜਿਵੇਂ ਬਚਪਨ ਦੇ ਵਿੱਚ ਹੀ ਬੱਚਾ ਗਿਰ ਗਿਆ ਨੀਚੇ ਨੂੰ, ਹੈ ਨਾ, ਬਟਕਸ ਦੇ ਭਾਰ 'ਤੇ ਗਿਰ ਗਿਆ, ਕੋਈ ਉੱਪਰੋਂ ਕੋਈ ਪੌੜੀਆਂ ਤੋਂ ਗਿਰ ਗਿਆ, ਜਾਂ ਕੋਈ ਲੇਡੀਜ਼ ਨੇ ਘਰ ਕੰਮ ਕਰਦੇ ਗਿਰ ਗਈਆਂ, ਕੋਈ ਬਾਥਰੂਮ ਦੇ ਵਿੱਚ ਸਲਿੱਪ ਹੋ ਕੇ ਗਿਰ ਗਿਆ। ਜਦੋਂ ਬਟਕਸ ਦੇ ਭਾਰ ਗਿਰਦੇ ਬੜੀ ਜਲਦੀ ਟੁੱਟ ਜਾਂਦੀ ਹੈ। ਸਲਾਮ, ਨਮਸਤੇ, ਸਤਿ ਸ਼੍ਰੀ ਅਕਾਲ। ਹਕੀਕਤ ਟੀਵੀ ਪੰਜਾਬੀ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਕਾਸਿਫ ਫਾਰੂਕੀ। ਜਿੱਥੇ ਜਾ ਕੇ ਇਲਾਜ ਦੇ ਸਾਰੇ ਵਿਧੀ ਵਿਧਾਨ ਖਤਮ ਹੋ ਜਾਂਦੇ ਨੇ ਤਾਂ ਫਿਰ ਸਾਡੇ ਕੋਲ ਇੱਕ ਬਦਲ ਰਹਿ ਜਾਂਦਾ ਹੈ, ਉਹ ਹੈ ਆਪਰੇਸ਼ਨ ਵਾਲਾ ਬਦਲ ਜਾਂ ਫਿਰ ਐਕਸਰਸਾइज ਵਾਲਾ ਬਦਲ। ਅਜਿਹੇ ਦੇ ਵਿੱਚ ਆਪਰੇਸ਼ਨ ਦਾ ਐਲੋਪੈਥੀ ਦੇ ਵਿੱਚ, ਜਾਂ ਅਸੀਂ ਕਹਿ ਲਈਏ ਕਿ ਆਪਰੇਸ਼ਨ ਦਾ ਕੋਈ ਮੁਕਾਬਲਾ ਨਹੀਂ ਹੈ। ਵੱਡੇ ਵੱਡੇ ਵੈਦ, ਹਕੀਮ ਔਰ ਵੱਡੇ ਵੱਡੇ ਸਾਇੰਟਿਸਟ ਮੰਨਦੇ ਨੇ ਕਿ ਐਲੋਪੈਥੀ ਦਾ ਜਿਹੜਾ ਆਪਰੇਸ਼ਨ ਵਾਲਾ ਪਾਰਟ ਹੈਗਾ ਉਹ ਜ਼ਿਆਦਾਤਰ ਬਹੁਤ
ਸਫਲ ਜਿਹੜਾ ਉਹ ਹੁੰਦਾ ਹੈ। ਇਸੇ ਤਰੀਕੇ ਨਾਲ ਵੱਖੋ-ਵੱਖ ਬਿਮਾਰੀਆਂ ਦਾ ਜਿਹੜਾ ਇਲਾਜ ਹੈਗਾ, ਜਦੋਂ ਸਭ ਪਾਸੇ ਸਾਡੇ ਹੱਥ ਖੜੇ ਹੋ ਜਾਂਦੇ ਨੇ ਤਾਂ ਸਾਡੇ ਕੋਲ ਇੱਕ ਬਦਲ ਰਹਿ ਜਾਂਦਾ ਹੈ, ਆਪਰੇਸ਼ਨ ਵਾਲਾ ਬਦਲ। ਸੋ ਅਜਿਹੇ ਦੇ ਵਿੱਚ ਇਸ ਵੇਲੇ ਲੋਕਾਂ ਨੂੰ ਜਿਹੜੀਆਂ ਰੀੜ੍ਹ ਦੀ ਹੱਡੀ ਨਾਲ ਸੰਬੰਧਿਤ ਬਿਮਾਰੀਆਂ ਬਹੁਤ ਜ਼ਿਆਦਾ ਵੱਧ ਰਹੀਆਂ ਨੇ। ਅਜਿਹੇ ਦੇ ਵਿੱਚ ਜਦੋਂ ਸਭ ਪਾਸੇ ਤੋਂ ਤੁਹਾਡੀ ਬੱਸ ਹੋ ਜਾਂਦੀ ਹੈ, ਸਭ ਪਾਸੇ ਤੋਂ ਇਲਾਜ ਕਰਾ ਕੇ ਤੁਸੀਂ ਹੰਭ ਜਾਂਦੇ ਹੋ, ਤਾਂ ਅਜਿਹੇ ਦੇ ਵਿੱਚ ਸਾਡੀ ਖੋਜ ਹੈਗੀ ਹੈ ਜਿਹੜੀ ਉਹ ਸੰਗਰੂਰ ਦੇ ਹਲਕਾ ਸੁਨਾਮ ਦੇ ਵਿੱਚ ਜਾ ਕੇ ਖਤਮ ਹੁੰਦੀ ਹੈ, ਜਿੱਥੇ ਡਾਕਟਰ ਹਿਤੇਸ਼ ਗਰਗ ਜਿਹੜੇ ਕਿ ਗੁੜਗਾਉਂ ਦੇ ਇੱਕ ਇੰਟਰਨੈਸ਼ਨਲ ਹਸਪਤਾਲ ਦੇ ਵਿੱਚ ਸਪਾਈਨ ਦਾ ਰੀੜ੍ਹ ਦੀ ਹੱਡੀ ਦੇ ਮਾਹਿਰ ਨੇ, ਸਰਜਨ ਨੇ, ਆਪਰੇਸ਼ਨ ਦੇ ਮਾਹਿਰ ਨੇ। ਉਹਨਾਂ ਕੋਲ ਅੱਜ ਅਸੀਂ ਪਹੁੰਚੇ ਹਾਂ, ਸਮਝਣ ਦੀ ਕੋਸ਼ਿਸ਼ ਕਰਾਂਗੇ, ਉਹਨਾਂ ਦੇ ਨਾਲ ਬੈਠ ਕੇ ਥੋੜ੍ਹੀ ਗੱਲਬਾਤ ਅਸੀਂ ਕਰਾਵਾਂਗੇ। ਪਰ ਜਿਹੜਾ ਸੁਨਾਮ ਦੇ ਵਿੱਚ ਉਹ ਇੱਕ ਦਿਨ ਮਹੀਨੇ ਦੇ ਵਿੱਚ ਇੱਕ ਦਿਨ ਇੱਥੇ ਆਉਂਦੇ ਨੇ, ਜਿੱਥੇ ਸਪਾਈਨ ਨਾਲ ਸੰਬੰਧਿਤ, ਰੀੜ੍ਹ ਦੀ ਹੱਡੀ ਨਾਲ ਸੰਬੰਧਿਤ ਜਿਹੜੇ ਰੋਗ ਹੈਗੇ ਨੇ ਉਹਨਾਂ ਦਾ ਜਿਹੜਾ ਐਕਸਰਸਾਈਜ਼ ਦੇ ਨਾਲ, ਤੇ ਜੇਕਰ ਐਕਸਰਸਾਈਜ਼ ਦੇ ਨਾਲ ਹੱਲ ਨਾ ਹੁੰਦਾ ਹੋਵੇ ਤਾਂ ਫਿਰ ਆਪਰੇਸ਼ਨ ਦੇ ਨਾਲ, ਉਹ ਆਪਰੇਸ਼ਨ ਜਿਨ੍ਹਾਂ ਨੂੰ ਵੱਡੇ ਵੱਡੇ ਹਸਪਤਾਲ ਜਵਾਬ ਦੇ ਚੁੱਕੇ ਨੇ ਜਾਂ ਸਾਰੇ ਪਾਸਿਆਂ ਤੋਂ ਉਹ ਆਪਣੀ ਅਸੀਂ ਕਹਿ ਲਈਏ ਕਿ ਆਰਥਿਕ, ਮਾਨਸਿਕ ਅਤੇ ਸਰੀਰਕ ਲੁੱਟ ਕਰਵਾ ਕੇ ਆ ਚੁੱਕੇ ਨੇ। ਜਿਹਦੇ ਵਿੱਚ ਅਸੀਂ ਗੱਲਬਾਤ ਕਰਦੇ ਹਾਂ, ਕੁਝ ਕੁ ਮਰੀਜ਼ ਨੇ, ਪੇਸ਼ੈਂਟ ਨੇ, ਉਹ ਉੱਥੇ ਬੈਠੇ ਨੇ, ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਸਰ। ਸਤਿ ਸ੍ਰੀ ਅਕਾਲ ਜੀ। ਜੀ, ਕੀ ਨਾਂ ਹੈ ਤੁਹਾਡਾ? ਰੋਬਿਨ ਸਿੰਘਲਾ। ਅੱਛਾ ਰੋਬਿਨ ਜੀ, ਤੁਸੀਂ ਕਿੱਥੋਂ ਆਏ ਹੋ? ਪਾਤੜਾ ਤੋਂ ਜੀ। ਅੱਛਾ, ਪਾਤੜਾ ਤੋਂ ਸੁਨਾਮ ਦਾ ਸਫ਼ਰ ਕਿਵੇਂ? ਪਾਤੜਾ ਤੋਂ ਸੁਨਾਮ ਸਾਨੂੰ ਦੱਸਿਆ ਸੀ ਕਿਸੇ ਨੇ ਵੀ ਡਾਕਟਰ ਹਿਤੇਸ਼ ਗਰਗ ਜੀ ਕੀ ਵਨ ਉਹਦਾ ਬੈਸਟ ਡਾਕਟਰ। ਕਿਉਂਕਿ ਦੇਖੋ ਲੋਕਾਂ ਨੂੰ ਅੱਜ ਕੱਲ੍ਹ ਅਵੇਅਰਨੈਸ ਨਹੀਂ ਹੈਗੀ ਇੰਨੀ, ਜਦੋਂ ਕੋਈ ਬੰਦਾ ਦੱਸਦਾ ਹੈ ਫੇਰ ਹੀ ਦੂਜੇ ਨੂੰ ਪਤਾ ਲੱਗਦਾ ਹੈ। ਤਾਂ ਇਸ ਲਈ ਜਿਵੇਂ ਕਿ ਮੇਰੀ ਭਾਂਜੀ ਦਾ ਆਪਰੇਸ਼ਨ ਕਰਵਾਇਆ ਸੀ ਅਸੀਂ। ਕਾਹਦਾ ਆਪਰੇਸ਼ਨ ਕਰਵਾਇਆ ਸੀ? ਸਕਿਓਲੋਸਿਸ ਦਾ ਆਪਰੇਸ਼ਨ। ਜੀ। ਸਕਿਓਲੋਸਿਸ ਉਹ ਕੀ ਹੁੰਦਾ ਜੀ? ਇੱਕ ਰੀੜ੍ਹ ਦੀ ਹੱਡੀ ਦਾ ਟੇਢਾਪਣ ਜੀ। ਉਸ ਵਿੱਚ ਕੀ ਹੈ ਕਿ ਉਹਨੂੰ ਬਹੁਤ ਜ਼ਿਆਦਾ ਮਤਲਬ ਸਫਰ ਕਰ ਰਹੀ ਸੀ। ਇਵਨ ਕਿ ਦਿੱਲੀ ਏਰੀਆ ਵਿੱਚ ਅਸੀਂ ਬਹੁਤ ਸਾਰੇ ਹੌਸਪੀਟਲਸ ਦਿਖਾਇਆ, ਪਰ ਸਾਨੂੰ ਡਾਕਟਰ ਹਿਤੇਸ਼ ਗਰਗ ਬਾਰੇ ਪਤਾ ਲੱਗਿਆ ਤਾਂ ਉਹਨਾਂ ਨੇ ਸਾਨੂੰ ਅੱਛਾ ਗਾਈਡ ਕੀਤਾ ਤੇ ਕਾਫੀ ਲੈਂਥੀ ਪ੍ਰੋਸੀਜਰ ਸੀ ਆਪਰੇਸ਼ਨ ਦਾ ਤੇ ਕ੍ਰਿਟੀਕਲ ਆਪਰੇਸ਼ਨ। ਕੀ ਹੋਇਆ ਕੀ ਸੀ ਭਾਂਜੀ ਨੂੰ? ਉਹ ਮਤਲਬ ਹਲਕਾ ਹਲਕਾ ਦਰਦ ਰਹਿੰਦਾ ਸੀ, ਪੇਨ ਰਹਿੰਦਾ ਸੀ, ਤਾਂ ਸਕਿਓਲੋਸਿਸ ਦੀ ਪ੍ਰੋਬਲਮ ਸੀ। ਬਾਅਦ 'ਚ ਮਤਲਬ ਕਈ ਡਾਕਟਰਸ ਨੂੰ ਤਾਂ ਪਤਾ ਨਹੀਂ ਲੱਗਿਆ ਕੀ ਸੀ। ਕੋਈ ਕਹਿੰਦਾ ਕਿ ਕੁਛ ਗਿਰ ਜਾਂਦੀ ਸੀ ਉਹ, ਮਤਲਬ ਜਦੋਂ 9 ਸਾਲ ਦੀ ਸੀ। ਫਿਰ ਡਾਕਟਰ ਸਾਹਿਬ ਨੇ ਕੀ ਕੀਤਾ? ਡਾਕਟਰ ਸਾਹਿਬ ਨੇ ਗਾਈਡ ਕੀਤਾ, ਕਹਿੰਦੇ ਸਕਿਓਲੋਸਿਸ ਹੈ। ਸਕਿਓਲੋਸਿਸ ਵਿੱਚ ਕੀ ਹੁੰਦਾ, ਰੀੜ੍ਹ ਦੀ ਹੱਡੀ ਆ ਉਹ ਟੇਢੀ ਹੋ ਜਾਂਦੀ ਹੈ, ਜਿਹਨੂੰ ਆਪਾਂ ਕੁੱਬ ਕਹਿੰਦੇ ਨੇ ਪੰਜਾਬੀ 'ਚ, ਥੋੜ੍ਹਾ ਜਿਹਾ ਕੁੱਬ ਨਿਕਲਿਆ ਆਉਂਦਾ। ਤਾਂ ਫਿਰ ਡਾਕਟਰ ਸਾਹਿਬ ਨੇ ਜਦੋਂ ਡਾਇਗਨੋਸ ਕੀਤਾ ਤਾਂ ਪਹਿਲਾਂ ਸਾਰੇ ਟੈਸਟ ਹੋਏ, ਤਾਂ ਉਸ ਤੋਂ ਬਾਅਦ ਫਿਰ ਆਪਰੇਸ਼ਨ ਦੀ ਡੇਟ ਸਾਨੂੰ ਮਿਲੀ ਤੇ ਆਪਰੇਸ਼ਨ ਸਕਸੈਸਫੁਲ ਰਿਹਾ। 11 ਘੰਟੇ ਦਾ ਆਪਰੇਸ਼ਨ ਸੀ, ਬੜਾ ਲੈਂਥੀ ਆਪਰੇਸ਼ਨ ਸੀ। ਤੇ ਉਸ ਤੋਂ ਬਾਅਦ ਹੁਣ ਕੋਈ ਦਿੱਕਤ ਨਹੀਂ ਹੈਗੀ। ਲਗਭਗ 10 ਮਹੀਨੇ ਹੋ ਚੁੱਕੇ ਨੇ ਆਪਰੇਸ਼ਨ ਨੂੰ। 22 ਦਸੰਬਰ ਦਾ 2021 ਦਾ ਆਪਰੇਸ਼ਨ ਸੀ। ਤਾਂ ਉਸ ਤੋਂ ਬਾਅਦ ਕੋਈ ਦਿੱਕਤ ਵਾਲੀ ਗੱਲ ਨਹੀਂ। ਸਕੂਲ ਵੀ ਜਾਂਦੀ ਹੈ, ਬੈਗ ਵੀ ਉਹ ਆਪਣਾ ਖੁਦ ਕੈਰੀ ਕਰਦੀ ਹੈ ਤੇ ਉਹਦੀ ਹਾਈਟ ਵੀ 2 ਇੰਚ ਇੰਕਰੀਜ਼ ਹੋ ਗਈ, ਕਿਉਂਕਿ ਜੋ ਰੀੜ੍ਹ ਦੀ ਹੱਡੀ ਟੇਢੀ ਸੀ ਉਹ ਬਿਲਕੁਲ ਸਿੱਧੀ ਹੋ ਗਈ। ਸੋ ਨਹੀਂ, ਉਸ ਤੋਂ ਪਹਿਲਾਂ ਤੁਸੀਂ ਕਿਸੇ ਨੂੰ ਦਿਖਾਇਆ ਨਹੀਂ? ਉਸ ਤੋਂ ਪਹਿਲਾਂ ਅਸੀਂ ਬਹੁਤ ਹਸਪੀਟਲਸ ਦਿਖਾਇਆ, ਪਰ ਗੱਲ ਇਹ ਹੈ ਕਿ ਅੱਜ ਕੱਲ੍ਹ ਸੁਪਰ ਸਪੈਸ਼ਲਿਸਟ ਦਾ ਜ਼ਮਾਨਾ ਹੈ। ਕਿਉਂਕਿ ਲੋਕਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਜੋ ਪ੍ਰੋਬਲਮ ਹੈ ਉਹ ਔਰਥੋ ਕੋਲ ਚਲੇ ਜਾਂਦੇ ਨੇ। ਔਰਥੋ ਤਾਂ ਸਾਰੀ ਹੱਡੀਆਂ ਦਾ ਹੋ ਗਏ, ਪਰ ਜੋ ਡਾਕਟਰ ਹਿਤੇਸ਼ ਗਰਗ ਨੇ ਸੁਪਰ ਸਪੈਸ਼ਲਿਸਟ ਨੇ, ਲਾਈਕ ਸਪਾਈਨ ਸਰਜਨ ਨੇ। ਤਾਂ ਇਸ ਲਈ ਸਪਾਈਨ ਵਾਲਿਆਂ ਨੂੰ ਮਤਲਬ ਡਿਟੇਲ 'ਚ ਹਰ ਇੱਕ ਚੀਜ਼ ਬਾਰੇ ਪਤਾ ਹੈ। ਇਸ ਲਈ ਮੈਂ ਇਹ ਕਹੂੰਗਾ ਕਿ ਅੱਜ ਕੱਲ੍ਹ ਜੋ ਕੋਈ ਵੀ ਪੇਸ਼ੈਂਟ ਹੈ, ਪਾਰਟੀਕੂਲਰ ਜੇ ਆਪਾਂ ਸਪਾਈਨ ਦੀ ਗੱਲ ਕਰੀਏ ਤਾਂ ਉਸ ਵਿੱਚ ਵਨ ਆਫ ਦਾ ਬੈਸਟ ਡਾਕਟਰ ਨੇ ਇਨ ਆਰ ਏਰੀਆ। ਡਾਕਟਰ ਤਾਂ ਬਹੁਤ ਸਾਰੇ ਨੇ ਇੰਡੀਆ ਵਿੱਚ, ਠੀਕ ਹੈ, ਪਰ ਗੱਲ ਵਿਸ਼ਵਾਸ ਦੀ ਹੁੰਦੀ ਹੈ। ਇੱਕ ਸਾਨੂੰ ਵੀ ਮੈਂ ਕਿਸੇ ਨੇ ਦੱਸਿਆ ਸੀ ਵੀ ਇਵਨ ਕਿ ਜਿਹਨੇ ਸਾਨੂੰ ਦੱਸਿਆ ਸੀ ਉਹ ਕਹਿੰਦੇ ਇਹੀ ਡਾਕਟਰ ਤੋਂ ਕਰਵਾਉਣਾ ਆਪਰੇਸ਼ਨ, ਹੋਰ ਕਿਸੇ ਤੋਂ ਕਰਵਾਉਣਾ ਨਹੀਂ। ਪਰ ਫਿਰ ਵੀ ਬੰਦੇ ਦਾ ਮਨ ਨਹੀਂ ਖੜਦਾ ਸੀ, ਹੋਰ ਕਿਤੇ ਗਏ ਤਾਂ ਦਿੱਲੀ NCR ਵਿੱਚ ਅਸੀਂ 2-3 ਹਸਪੀਟਲ ਹੋਰ ਸੀ। ਉਹ ਇਵਨ ਕਿ ਉਹਨਾਂ ਨੇ ਸਾਨੂੰ ਬੈਲਟ ਦਿੱਤੀ ਇੱਕ ਹੋਰ ਹਸਪੀਟਲ 'ਚ, ਤਾਂ 35,000 ਲੈ ਲਿਆ ਬੈਲਟ ਦਾ। ਉਹ ਬੈਲਟ ਦਾ ਸਾਈਜ਼ ਵੀ ਸਹੀ ਨਹੀਂ ਸੀ, ਤਾਂ ਕੰਮ ਵੀ ਨਹੀਂ ਆਈ। ਤਾਂ ਡਾਕਟਰ ਸਾਹਿਬ ਨੇ ਕਿਹਾ ਕਿ ਇਹਨਾਂ ਨੇ ਮਤਲਬ ਜੋ ਗਾਈਡ ਕੀਤਾ ਸਾਨੂੰ, ਉਹ ਬੈਲਟ ਵੀ ਛੋਟੀ ਸੀ ਤੇ ਐਡਜਸਟ ਠੀਕ ਹੋ ਜਾਂਦੀ ਸੀ। ਤੁਹਾਨੂੰ ਵੀ ਕੋਈ ਦਿੱਕਤ ਆਈ ਸੀ? ਤੁਸੀਂ ਦੱਸ ਰਹੇ ਸੀ ਮੈਨੂੰ ਥੋੜੀ ਜਿਹੀ ਬੈਕ ਪੇਨ ਦੀ ਦਿੱਕਤ ਸੀ, ਜਿਵੇਂ ਕਿ ਸਾਡਾ ਆਫਿਸ ਵਰਕ ਹੈ, ਫਿਰ ਉਹ ਠੀਕ ਹੋ ਗਈ ਸੀ। ਤੁਸੀਂ ਕਹਿ ਰਹੇ ਸੀ ਕਿ ਜੀ ਡਾਕਟਰ ਨੇ ਕਿਹਾ ਸੀ ਵੀ ਤੁਹਾਡਾ ਆਪਰੇਸ਼ਨ ਉਹ ਹੋ। ਮੇਰੀ ਇੱਕ ਲੀਗਾਮੈਂਟ ਇੰਜਰੀ ਸੀ, ਤਾਂ ਉਸ ਦੇ ਰਿਗਾਰਡਿੰਗ ਮੈਂ ਡਾਕਟਰ ਸਾਹਿਬ ਨਾਲ ਗੱਲ ਕੀਤੀ ਤਾਂ ਉਹ ਕਹਿੰਦੇ ਸਾਈਕਲਿੰਗ ਕਰੋ, ਤਾਂ ਉਸ ਤੋਂ ਬਾਅਦ ਫਰਕ ਪਿਆ ਕਾਫੀ। ਇਹ ਮਤਲਬ ਐਕਸਰਸਾਈਜ਼ ਵੀ ਨਾਲ ਦੱਸਦੇ ਨੇ? ਹਾਂ, ਡਾਕਟਰ ਸਾਹਿਬ ਇੱਕ ਗੱਲ ਐਕਸਰਸਾਈਜ਼ ਵੀ ਨਾਲ ਦੱਸਦੇ ਨੇ। ਇਹ ਵੀ ਨਹੀਂ ਕਿ ਇਕੱਲਾ ਫਿਜ਼ੀਓਥੈਰੇਪੀ ਪਲੱਸ ਡਾਕਟਰ ਸਾਹਿਬ ਦੀ ਗਾਈਡੈਂਸ ਦੇ ਅੰਡਰ ਜੋ ਡਾਇਗਨੋਸ ਹੈ, ਦੋਨਾਂ ਚੀਜ਼ਾਂ ਦਾ ਕੰਬੀਨੇਸ਼ਨ ਹੈ। ਕਿਉਂਕਿ ਇਕੱਲਾ ਜਿਹੜਾ ਫਿਜ਼ੀਓਥੈਰੇਪਿਸਟ ਹੈ ਉਹਨੂੰ ਸਰਜਰੀ ਬਾਰੇ ਨਹੀਂ ਪਤਾ, ਪਰ ਡਾਕਟਰ ਸਾਹਿਬ ਨੂੰ ਜੋ ਕਹਿੰਦੇ ਨੇ ਕਿ ਤੁਸੀਂ ਫਿਜ਼ੀਓਥੈਰੇਪੀ ਕਰਵਾਓ ਨਾਲ ਤੇ ਨਾਲ ਮਤਲਬ ਮੈਡੀਸਨ ਵੀ ਦੇਖੋ ਲੋੜ ਪੈਂਦੀ ਹੈ, ਤੇ ਦੋਨੇ ਚੀਜ਼ਾਂ ਦਾ ਕੰਬੀਨੇਸ਼ਨ ਹੋਣਾ ਜ਼ਰੂਰੀ ਹੈ। ਜੀ ਹਾਂਜੀ ਹਾਂ ਜੀ, ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਦੇ ਲਈ। ਕਿੱਥੋਂ ਆਏ ਹੋ? ਸਮਾਣਾ ਮੰਡੀ। ਅੱਛਾ, ਸਮਾਣਿਓਂ ਆਏ ਹੋ। ਸਮਾਣਿਓਂ ਤੇ ਇੱਥੇ ਆਉਣ ਦਾ ਕੀ ਪਰਪਸ ਹੈ? ਮੈਨੂੰ ਸਪਾਈਨ ਦੀ ਪ੍ਰੋਬਲਮ ਸੀਗੀ ਜੀ। ਸਪਾਈਨ ਦੇ ਵਿੱਚ ਬਾਲ ਹੈ, ਮਤਲਬ ਟੇਢੀ ਹੈ, ਸਕੋਲੋਸਿਸ ਕਹਿੰਦੇ ਨੇ ਸਕੋਲੋਸਿਸ। ਇੱਥੇ ਆ ਕੇ ਕੀ ਹੋਇਆ? ਇੱਥੇ ਆ ਕੇ ਮੈਂ ਡਾਕਟਰ ਨੂੰ ਦਿਖਾਇਆ ਜੀ, ਮਤਲਬ ਉਹਨੂੰ ਸਾਰੇ ਕਿਤੇ ਦਿਖਾਇਆ ਮੈਨੇ, ਸਾਹਮਣੇ ਆਪਰੇਸ਼ਨ ਕਰਾਉਣਾ ਪਊਗਾ। ਮੈਂ ਬਹੁਤ ਤਕਲੀਫ ਸੀਗਾ ਜੀ। ਕੀ ਤਕਲੀਫ ਕੀ ਸੀ? ਮੈਨੂੰ ਬਹੁਤ ਦਰਦ ਰਹਿੰਦਾ ਸੀ ਪਿੱਛੇ ਬੈਕ 'ਚ, ਬਹੁਤ ਦਰਦ ਰਹਿੰਦਾ ਸੀਗਾ ਜੀ ਮੈਨੂੰ। ਮੈਨੂੰ ਚੱਲਣ ਦੀ ਤਕਲੀਫ ਹੋਣ ਲੱਗੀ ਸੀਗੀ।
ਤੇ ਡਾਕਟਰ ਸਾਹਿਬ ਨੂੰ ਦਿਖਾਇਆ, ਇਹਨਾਂ ਨੂੰ ਐਕਸਰੇ ਦੱਸੀਆਂ, ਐਕਸਰੇ ਨਹੀਂ ਬਹੁਤ ਮੇਰਾ ਮਤਲਬ ਤੁਰਨ ਫਿਰਨ ਤੋਂ ਵੀ ਮੁਹਤਾਜ ਹੋ ਗਏ ਸੀ। ਹਾਂਜੀ 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 ਬਿਲਕੁਲ। ਕਿੰਨਾ ਟਾਈਮ ਰਿਹਾ? ਮੈਂ ਤਾਂ ਪਿਛਲੇ 3-4 ਸਾਲ ਤੋਂ ਪਰੇਸ਼ਾਨ ਸੀਗਾ ਜੀ। ਆਪਰੇਸ਼ਨ ਸਾਰੇ ਕਹਿੰਦੇ ਆਪਰੇਸ਼ਨ ਕਰਨਾ, ਆਪਰੇਸ਼ਨ ਸਪਾਈਨ ਦਾ ਆਪਰੇਸ਼ਨ ਕਰਨ ਡਰ ਲੱਗਦਾ ਸੀਗਾ ਜੀ, ਵੀ ਸਕਸੈਸ ਹੋਵੇ ਨਾ ਹੋਵੇ, ਵੀ ਸਕਸੈਸ ਹੋਵੇ ਨਾ ਹੋਵੇ, ਡਰ ਲੱਗਦਾ ਸੀਗਾ। ਪਰ ਇਹਨਾਂ ਦੇ ਡਾਕਟਰ ਸਾਹਿਬ ਦੇ ਆਪਰੇਸ਼ਨ ਬਹੁਤ ਕਾਮਯਾਬ ਨੇ। ਮੇਰੇ ਕਜ਼ਨ ਸਿਸਟਰ ਨੇ ਆਪਰੇਸ਼ਨ ਕਰਾਇਆ ਜੀ, ਉਹਨਾਂ ਦਾ ਬਿਲਕੁਲ ਸਪਾਈਨ ਉਹਨੂੰ ਬਹੁਤ ਕੋਲ ਪ੍ਰੋਬਲਮ ਜ਼ਿਆਦਾ ਸੀ ਉਹਨਾਂ ਨੂੰ, ਉਹ ਬਿਲਕੁਲ ਠੀਕ ਹੋ ਗਏ। ਕਿੰਨੇ ਟਾਈਮ 'ਚ ਠੀਕ ਹੋ ਗਏ ਤੁਸੀਂ? ਮੈਂ 15-20 ਦਿਨ 'ਚ ਮਤਲਬ ਫਰਕ ਪੈ ਗਿਆ ਮੈਨੂੰ ਜੀ, 15-20 ਦਿਨ 'ਚ ਹੀ। 15-20 ਦਿਨ 'ਚ? 3-4 ਸਾਲ ਦੀ ਪ੍ਰੋਬਲਮ 15-20 ਦਿਨ? ਸਿਰਫ ਐਕਸਰੇ ਨਾਲ, ਜਿਹੜੀ ਐਕਸਰੇ ਨੇ ਇਹੀ ਦੱਸੀਆਂ, ਐਕਸਰੇ ਇਹੀ ਦੱਸੀਆਂ ਇਹਨਾਂ ਨੇ ਵੀ ਮੈਨੂੰ ਪਤਾ ਲੱਗਿਆ ਵੀ ਮੈਂ ਫਰਕ ਹੈ, ਮੈਨੂੰ ਸਾਰਾ pain। ਹੁਣ ਤੁਸੀਂ ਆਪ ਆਪਣੇ ਪੈਰਾਂ ਤੇ ਤੁਰ ਕੇ ਆਏ? ਹਾਂਜੀ ਬਿਲਕੁਲ ਬਿਲਕੁਲ, ਹਾਂਜੀ ਹਾਂਜੀ ਤੁਰ ਕੇ ਦਿਖਾਓਗੇ ਸਰ? ਹਾਂਜੀ ਹਾਂਜੀ। ਲਓ ਤੁਸੀਂ ਦੇਖੋ, ਜਿਹੜੇ ਲੋਕ ਨੇ ਇੱਥੇ ਤੁਰਨ ਫਿਰਨ ਤੋਂ ਜਿਹੜੇ ਮੁਹਤਾਜ ਸੀ, ਇਹਨਾਂ ਦਾ ਖੁਦ ਕਹਿਣਾ ਹੈ ਕਿ ਤੁਰਨ ਫਿਰਨ ਤੋਂ ਮੁਹਤਾਜ ਸੀ ਤੇ ਅੱਜ ਆਪਣੇ ਪੈਰਾਂ ਤੇ ਤੁਰ ਕੇ ਆਏ ਨੇ ਔਰ ਬੜਾ ਖੁਸ਼ ਨੇ। ਇਹਨਾਂ ਨਾਲ ਗੱਲਬਾਤ ਅਸੀਂ ਜਾਰੀ ਰੱਖਦੇ ਹਾਂ। ਬੜੇ ਖੁਸ਼ ਹੋ ਅੱਜ ਫਿਰ? ਹਾਂਜੀ ਹਾਂ, ਮੈਨੂੰ ਬਹੁਤ ਫਰਕ ਪੈ ਗਿਆ ਜੀ। ਜਦੋਂ ਬਹੁਤ ਪਰੇਸ਼ਾਨ ਸੀ ਮੈਂ, ਹੁਣ ਮੈਨੂੰ ਬਹੁਤ ਰਿਲੀਫ ਮਿਲਣ ਲੱਗ ਗਿਆ ਜੀ। ਬਹੁਤ ਮਤਲਬ ਇਹ ਡਾਕਟਰ ਬਹੁਤ ਵਧੀਆ ਡਾਕਟਰ ਨੇ ਜੀ। ਜੇ ਕਿਸੇ ਨੂੰ ਕੋਈ ਤਕਲੀਫ ਹੈਗੀ ਹੈ, ਕਿਸੇ ਨੂੰ ਸਪਾਈਨ ਦੇ ਕੋਈ ਪ੍ਰੋਬਲਮ ਹੈਗੀ ਹੈ, ਤਾਂ ਇੱਕ ਵਾਰ ਇਹਨਾਂ ਨੂੰ ਜ਼ਰੂਰ ਦਿਖਾਓ। ਇਹ ਮਤਲਬ ਇਹ ਨਹੀਂ ਵੀ ਆਪਰੇਸ਼ਨ ਕਰਨਾ ਇਹਨਾਂ ਨੇ, ਵੀ ਇਹਨਾਂ ਦਾ ਦੇਖ ਕੇ ਐਕਸਰੇ ਹੁੰਦੇ ਐਕਸਰੇ ਕਰ ਦੇਂਗੇ ਠੀਕ ਜੇ, ਨਹੀਂ ਕੋਈ ਜ਼ਰੂਰਤ ਹੈਗੀ ਤਾਂ ਆਪਰੇਸ਼ਨ ਵੀ ਕਰ ਦੇਂਗੇ। ਆਪਰੇਸ਼ਨ ਵੀ ਇਹਨਾਂ ਸਕਸੈਸ ਹੈ ਬਹੁਤ, ਕਿਉਂਕਿ ਉਹ ਵੀ ਸਾਡੇ ਮੇਰੇ ਰਿਸ਼ਤੇਦਾਰ ਕਰਾ ਚੁੱਕੇ ਆਪਰੇਸ਼ਨ ਵੀ, ਉਹ ਵੀ ਆਪਰੇਸ਼ਨ ਵੀ ਇਹਨਾਂ ਦਾ ਬਹੁਤ ਕਾਮਯਾਬ ਹੈ। ਕੀ ਮੰਨਦੇ ਹੋ, ਜਾਦੂ ਹੈ ਹੱਥਾਂ 'ਚ? ਬਿਲਕੁਲ ਜਾਦੂ ਹੈ ਜੀ, ਬਿਲਕੁਲ ਜਾਦੂ ਹੈ, ਬਿਲਕੁਲ। ਸੋ ਕੁਝ ਕੁ ਹੋਰ ਪੇਸ਼ੈਂਟ ਵੀ ਨੇ ਜਿਹੜੇ ਇੱਥੇ ਬੈਠੇ ਨੇ, ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ। ਇੱਕ ਪਰਿਵਾਰ ਹੈਗਾ ਜਿਹੜਾ ਇੱਥੇ ਇਸ ਵੇਲੇ ਬੈਠਾ, ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ, ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕੀ ਬੱਚੇ ਦੀ ਕੀ ਪ੍ਰੋਬਲਮ ਲੈ ਕੇ ਆਏ ਨੇ। ਬੱਚਾ ਸੀ ਜਿਨ੍ਹਾਂ ਦੀ, ਅਗਰ ਤੁਹਾਨੂੰ ਪੁਰਾਣੀ ਫੋਟੋ ਦਿਖਾਓ ਜੀ ਇਹਨਾਂ ਦੀ, ਤੁਹਾਨੂੰ ਇਹਨਾਂ ਦੀ ਪੁਰਾਣੀ ਇੱਕ ਫੋਟੋ ਦਿਖਾਉਣੇ ਆ ਜਿਸ ਦੇ ਵਿੱਚ ਇਸ ਬੱਚੇ ਦੀ ਜਿਹੜੀ ਰੀੜ੍ਹ ਦੀ ਹੱਡੀ ਹੈ ਉਹ ਬਿਲਕੁਲ ਵਿੰਗੀ ਹੋ ਚੁੱਕੀ ਹੈ। ਔਰ ਵਿੰਗੀ ਨਹੀਂ ਹੋਈ, ਸਗੋਂ ਇਹ ਬੱਚਾ ਹੈ ਜਿਹੜਾ ਕੀ ਹੋਇਆ ਸੀ ਪੁੱਤ? ਸਕੋਲੀਓਸਿਸ ਹੋਈ ਸੀ। ਕੀ ਨਾਂ ਹੈ ਤੁਹਾਡਾ? ਗੁਰਪ੍ਰੀਤ ਸਿੰਘ। ਅੱਛਾ ਗੁਰਪ੍ਰੀਤ, ਕੀ ਹੋਇਆ ਸੀ ਜਦੋਂ ਡਾਕਟਰ ਸਾਹਿਬ ਤੋਂ ਪਹਿਲਾਂ ਤੁਸੀਂ ਡਾਕਟਰ ਸਾਹਿਬ ਨੂੰ ਮਿਲਣ ਤੋਂ ਪਹਿਲਾਂ ਕੀ ਹੋਇਆ ਸੀ? ਰੀੜ੍ਹ ਦੀ ਹੱਡੀ ਵਿੰਗੀ ਸੀ, ਤੇ ਫਿਰ ਉਹਦੇ ਨਾਲ ਕੀ ਹੋਇਆ? ਉਹਦੇ ਨਾਲ ਮੋਢਾ ਟੇਢਾ ਹੋ ਗਿਆ ਸੀ। ਅੱਛਾ, ਮਤਲਬ ਇੱਕ ਪਾਸੇ ਨੂੰ ਮੋਢਾ ਟੇਢਾ ਹੋ ਗਿਆ ਸੀ। ਹਾਂਜੀ, ਤੇ ਫਿਰ ਜਦੋਂ ਡਾਕਟਰ ਸਾਹਿਬ ਨੂੰ ਮਿਲੇ ਕੀ ਉਹਨਾਂ ਨੇ ਕੀ ਕੀਤਾ? ਉਹਨਾਂ ਨੇ ਆਪਰੇਸ਼ਨ ਕੀਤਾ, ਸਹੀ ਹੋ ਗਏ ਸੀ। ਇੱਕ ਆਪਰੇਸ਼ਨ ਨਾਲ ਹੀ ਠੀਕ ਕਰਤਾ? 2 ਹੋਏ ਸੀ। ਅੱਛਾ, 2 ਆਪਰੇਸ਼ਨ ਹੋਏ ਸੀ, ਉਹਨਾਂ ਨਾਲ ਠੀਕ ਹੋ ਗਏ। ਹਾਂਜੀ, ਅੱਛਾ, ਇਹ ਕੌਣ ਨੇ? ਇਹ ਸਾਡੇ ਮਦਰ। ਅੱਛਾ, ਤੁਹਾਡੇ ਮਦਰ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਨਾਂ ਜੀ ਤੁਹਾਡਾ? ਜਸਵੀਰ ਕੌਰ। ਅੱਛਾ ਜਸਵੀਰ ਜੀ, ਤੁਸੀਂ ਕੀ ਹੋਇਆ ਸੀ ਬੱਚੇ ਨੂੰ? ਬੱਚੇ ਦੀ ਰੀੜ੍ਹ ਦੀ ਹੱਡੀ ਵਿੰਗੀ ਸੀ ਵੇ। ਅੱਛਾ ਹਾਂਜੀ, ਸਾਨੂੰ ਹੈ ਤਾਂ ਜਮਾਂਦਰੂ, ਸਾਨੂੰ ਬਿਲਕੁਲ ਪਤਾ ਨਹੀਂ ਸੀ ਲੱਗਾ। ਫਿਰ ਸਾਨੂੰ 2 ਮਹੀਨਾ ਕੁ ਪਹਿਲਾਂ ਪਤਾ ਲੱਗਿਆ। ਫਿਰ ਅਸੀਂ ਵੀ ਨਾ, ਸਾਨੂੰ ਇੱਥੇ ਪਤਾ ਲੱਗਾ ਵੀ ਡਾਕਟਰ ਜੀ ਹੈਗੇ, ਫਿਰ ਅਸੀਂ ਇੱਥੇ ਆਏ ਸੀ। ਅਸੀਂ ਇੱਥੇ ਫਿਰ ਕਰਵਾਈ, ਸਰਜਰੀਆਂ ਕਰਵਾਈਆਂ ਬੱਚੇ ਦੀ। ਅੱਛਾ, ਡਾਕਟਰ ਸਾਹਿਬ ਦਾ ਕਿਵੇਂ ਲੱਗਿਆ ਇਲਾਜ ਕਰਨ ਦਾ ਢੰਗ ਕਿਵੇਂ ਲੱਗਿਆ ਇਹਨਾਂ ਦਾ? ਬਹੁਤ ਵਧੀਆ ਜੀ, ਬਹੁਤ ਸੋਹਣਾ। ਹਾਂਜੀ ਜੀ ਜੀ, ਤੁਹਾਡਾ ਕੀ ਨਾਂ ਹੈ? ਤਰਲੋਕ ਸਿੰਘ ਜੀ। ਅੱਛਾ ਤਰਲੋਕ ਜੀ, ਤੁਹਾਨੂੰ ਪਹਿਲਾਂ ਪਤਾ ਹੀ ਨਹੀਂ ਲੱਗਿਆ ਕਿ ਬੱਚੇ ਦੀ ਜਿਹੜੀ ਰੀੜ੍ਹ ਦੀ ਹੱਡੀ ਹੈਗੀ ਆ ਉਹ ਟੇਢੀ ਹੁੰਦੀ ਜਾ ਰਹੀ ਹੈ, ਟੇਢੀ ਹੋ ਰਹੀ ਹੈ? ਕਾਹਦੇ ਨਾਲ ਪਤਾ ਕਰਨ ਦੀ ਕੋਸ਼ਿਸ਼ ਕੀਤੀ? ਪਹਿਲਾਂ ਠੀਕ ਸੀ, ਬਚਪਨ 'ਚ ਠੀਕ ਸੀ? ਬਚਪਨ 'ਚ ਠੀਕ ਸੀ ਜੀ ਬੱਚਾ। ਅੱਛਾ, ਫਿਰ ਟੇਢੀ ਕਿਵੇਂ ਹੋਈ? ਬਚਪਨ ਜਮਾਂਦਰੂ ਸੀ ਜੀ, ਜਿਵੇਂ ਟੇਢੀ। ਹਾਂਜੀ ਅੱਛਾ, ਟੇਢੀ ਜਮਾਂਦਰੂ ਟੇਢੀ ਸੀ? ਹਾਂਜੀ ਹਾਂਜੀ ਅੱਛਾ ਅੱਛਾ, ਹਾਂਜੀ। ਮਤਲਬ ਉਹ ਤੁਹਾਨੂੰ ਪਤਾ ਨਹੀਂ ਲੱਗਿਆ ਹੋਣਾ ਉਸ ਵੇਲੇ? ਪਤਾ ਨਹੀਂ ਲੱਗਿਆ, ਥੋੜਾ ਬਹੁਤਾ ਹੈਗਾ ਸੀ, ਮੋਢਾ ਕੁੱਬਾ ਸੀ ਜੀ ਇਹਦਾ ਇੱਕ। ਸਾਨੂੰ ਐ ਸੀ ਵੀ ਇਹਦੇ ਦਾਦਾ ਡੈਡੀ ਆਪਣਾ ਮੋਢਾ ਇੱਕ ਉਹਦਾ ਕੁੱਬਾ ਸੀ, ਟੇਢਾ ਸੀ, ਵੀ ਉਹਦੇ ਦਾਦੇ ਤੇ ਗਏ ਨੇ ਜੀ ਇਹ। ਅੱਛਾ, ਸਾਨੂੰ ਭੁਲੇਖਾ ਰਹੀ ਗਿਆ ਜੀ ਐਵੇਂ ਜੀ, ਅੱਛਾ ਅੱਛਾ, ਵੀ ਦਾਦੇ ਤੇ ਵਗ ਗਿਆ ਜੀ। ਅੱਛਾ ਅੱਛਾ। ਹਾਂ, ਤੇ ਫਿਰ ਜਦੋਂ ਤੁਹਾਨੂੰ ਪਤਾ ਲੱਗਿਆ ਕਿ ਅਸਲ ਗੱਲ ਕੀ ਹੈ? ਜਦੋਂ ਸਾਨੂੰ ਅਸੀਂ ਪਤਾ ਲੱਗਿਆ ਜੀ, ਅਸੀਂ ਐਕਸਰਾ ਕਰਾਇਆ ਜੀ ਟਵਾਣੇ ਗੁਪਤੇ ਤੇ ਜਾ ਕੇ ਜੀ। ਤੇ ਉਹ ਲੱਗਿਆ ਕਹਿਣ ਵੀ ਇਹਦਾ ਰੀੜ੍ਹ ਦੀ ਹੱਡੀ ਟੇਢੀ ਹੈ, ਜੇ ਇਹਦਾ ਸਰਜਰੀ ਨਾ ਕਰਾਈ ਤੁਸੀਂ ਵੀ ਇਹਦੀਆਂ ਨਸਾਂ ਜਾਮ ਹੋ ਜਾਣਗੀਆਂ ਤੇ ਆਪਣੀਆਂ ਟੰਗਾਂ 'ਚ ਦਰਦ ਹੋ ਜਾਊਗਾ ਜੀ ਇਹਦੇ, ਤੇ ਵੀ ਤੁਹਾਨੂੰ ਸਰਜਰੀ ਕਰਾਉਣੀ ਪਊਗੀ। ਸਾਨੂੰ ਗੁਪਤੇ ਨੇ ਸਾਨੂੰ ਡਾਕਟਰ ਦੱਸਿਆ ਜੀ, ਸਾਰ ਜੀ। ਅੱਛਾ, ਤੇ ਉਹਨੇ ਕਿਹਾ ਮੈਂ ਸਰਜਰੀ ਕਰ ਦਿਓ, ਉਹਨੂੰ ਬਿਲਕੁਲ ਠੀਕ ਕਰ ਦੂੰਗਾ। ਤੇ ਫਿਰ ਸਾਨੂੰ ਉਹ 'ਤੇ ਭਰੋਸਾ ਨਹੀਂ ਹੋਇਆ, ਸਾਨੂੰ ਉਹਨੇ ਪਰਸੈਂਟ ਨਹੀਂ ਦੱਸਿਆ ਕੋਈ ਹੈਗਾ, ਉਹਨੇ ਸਰਜਰੀ ਕੀਤੀ ਹੋਈ ਹੈ ਜੀ। ਹੋਰ ਕਿੱਥੇ ਕਿੱਥੇ ਦਿਖਾਇਆ ਫਿਰ? ਡਾਕਟਰ ਹਿਤੇਸ਼ ਗਰਗ ਤੋਂ ਪਹਿਲਾਂ ਕਿੱਥੇ ਕਿੱਥੇ ਦਿਖਾਇਆ ਤੁਸੀਂ? ਅਸੀਂ ਚੰਡੀਗੜ੍ਹ ਦਿਖਾਇਆ ਜੀ। ਚੰਡੀਗੜ੍ਹ ਕਿੱਥੇ? ਅੱਛਾ, ਪੀਜੀਆਈ 'ਚ ਵੀ ਦਿਖਾਇਆ ਸੀ? ਫਿਰ ਪੀਜੀਆਈ ਵਾਲੇ ਨੇ ਕੀ ਕਿਹਾ? ਪੀਜੀ ਵਾਲੇ ਕਹਿੰਦੇ ਜੀ ਵੀ ਅਸੀਂ ਸਰਜਰੀ ਤਾਂ ਕਰਦੇ ਹਾਂ, ਅਸੀਂ ਗਾਰੰਟੀ ਨਹੀਂ ਦਿੰਦੇ ਵੀ ਬਲੱਡ ਬਹੁਤ ਜ਼ਿਆਦਾ ਨਿਕਲ ਸਕਦੇ ਜੀ। ਅੱਛਾ, ਹਾਂਜੀ, ਮਤਲਬ ਡਰਦੇ ਸੀ? ਹਾਂ ਅਸੀਂ ਡਰਦੇ ਸੀ ਜੀ। ਡਾਕਟਰ ਵੀ ਡਰਦੇ ਸੀ, ਤੁਸੀਂ ਵੀ ਡਰਦੇ ਸੀ? ਹਾਂ, ਡਾਕਟਰ ਕਹਿੰਦੇ ਸਾਡੀ ਗਾਰੰਟੀ ਨਹੀਂ ਹੈਗੀ ਜੀ। ਤੇ ਫਿਰ ਜਦੋਂ ਹਿਤੇਸ਼ ਜੀ ਕੋਲ ਆਏ, ਹਿਤੇਸ਼ ਜੀ ਨੇ ਕੀ ਸਮਝਾਇਆ? ਹੁਣ ਬਿਲਕੁਲ ਸਿੱਧਾ ਖੜਾ ਹੈ? ਹਾਂ ਬਿਲਕੁਲ ਠੀਕ ਹੈ ਜੀ। ਸੋ ਦੇਖੋ ਜ਼ਰਾ ਤਸਵੀਰਾਂ ਇੱਕ ਵਾਰ ਖੜੇ ਹੋ ਕੇ ਦਿਖਾਣਗੇ। ਇਹ ਛੋਟਾ ਬੱਚਾ ਹੈ, 9ਵੀਂ 'ਚ ਪੜ੍ਹਦਾ ਹੈ, ਹੁਣ ਬਿਲਕੁਲ ਸਿੱਧਾ ਹੈ। ਤਸਵੀਰ 'ਚ ਜਿਹੜੀ ਤੁਸੀਂ ਨਜ਼ਰ ਆ ਰਹੀ ਹੈ, ਤੁਹਾਨੂੰ ਜਿਹੜੀ ਤਸਵੀਰ ਨਜ਼ਰ ਆ ਰਹੀ ਹੈ, ਉਹ ਤਸਵੀਰ ਦੇ ਵਿੱਚ ਇਹਦਾ ਮੋਢਾ ਇੱਕ ਪਾਸੇ ਤੋਂ ਜਿਹੜਾ ਉਹ
ਝੁਕਿਆ ਹੋਇਆ ਨਜ਼ਰ ਆਉਂਦਾ। ਅਸੀਂ ਇਹਨੂੰ ਲੈ ਕੇ ਚੱਲਦੇ ਹਾਂ ਬੱਚੇ ਨੂੰ ਤੇ ਸਮਝਣ ਦੀ ਕੋਸ਼ਿਸ਼ ਕਰਾਂਗੇ। ਅੱਜ ਕੱਲ੍ਹ ਇਹ ਬੜੀ ਦਿੱਕਤ, ਬੜੀ ਪ੍ਰੋਬਲਮ ਹੈਗੀ ਹੈ ਜਿਹੜੀ ਇਸ ਵੇਲੇ ਬਹੁਤ ਜ਼ਿਆਦਾ ਵੱਧ ਰਹੀ ਹੈ ਬੱਚਿਆਂ ਦੇ ਵਿੱਚ ਖਾਸ ਕਰਕੇ। ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ। ਸਤਿ ਸ਼੍ਰੀ ਅਕਾਲ। ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਤੁਸੀਂ ਬਹੁਤ ਚੰਗਾ ਤੇ ਨੇਕ ਕਾਰਜ ਹੈ ਇੱਥੇ ਕਰਨ ਲੱਗੇ ਹੋਏ ਹੋ, ਗੁੜਗਾਉਂ ਦੇ ਵਿੱਚ ਬੈਠੇ ਹੋ, ਪਰ ਆਪਣੀ ਮਿੱਟੀ ਨਾਲ ਹਜੇ ਵੀ ਜੁੜੇ ਹੋਏ ਹੋ ਤੁਸੀਂ। ਧੰਨਵਾਦ ਬਹੁਤ ਬਹੁਤ। ਅੱਛਾ ਡਾਕਟਰ ਸਾਹਿਬ, ਇਹ ਗੱਲ ਦੱਸੋ ਕਿ ਇਦਾਂ ਦੇ ਜਿਹੜੇ ਬੱਚੇ ਹੈਗੇ ਨੇ ਅੱਜ ਕੱਲ੍ਹ, ਇਹ ਪ੍ਰੋਬਲਮ ਜਿਹੜਾ ਟੇਢਾਪਨ ਹੋ ਜਾਂਦਾ ਹੈ, ਜਿਹਨੂੰ ਅਸੀਂ ਪੰਜਾਬੀ ਦੇ ਵਿੱਚ ਕੁੱਬਾਪਨ ਵੀ ਕਹਿ ਦਿੰਦੇ ਹਾਂ, ਇਹ ਇੰਨਾ ਜ਼ਿਆਦਾ ਪਹਿਲਾਂ ਤਾਂ ਬਹੁਤ ਘੱਟ ਕਿਤੇ ਕਿਤੇ ਹੁੰਦਾ ਸੀ ਤੇ ਹੁਣ ਇੰਨਾ ਜ਼ਿਆਦਾ ਕਿਉਂ ਵੱਧ ਰਿਹਾ ਜੀ? ਜਿਹੜਾ ਕੁੱਬਾਪਨ ਹੈ ਇਹ ਇਸ ਤਰ੍ਹਾਂ ਨਹੀਂ ਹੈ ਕਿ ਹੁਣ ਜ਼ਿਆਦਾ ਵੱਧ ਰਿਹਾ ਹੈ, ਇਹ ਪਹਿਲਾਂ ਤੋਂ ਹੀ ਸਾਡੀ ਸੁਸਾਇਟੀ 'ਚ ਹੈਗਾ ਸੀ। ਜੇ ਆਪਾਂ ਬਹੁਤ ਪੁਰਾਣੇ ਟਾਈਮ 'ਤੇ ਚਲੇ ਜਾਈਏ ਤਾਂ ਸਭ ਤੋਂ ਪਹਿਲਾਂ ਇਨਫੈਕਟ ਮਹਾਭਾਰਤ ਦੇ ਵਿੱਚ ਵੀ ਹੈ ਕਿ ਕ੍ਰਿਸ਼ਨ ਜੀ ਤੋਂ ਪਹਿਲੀ ਵਾਰ ਮਥੁਰਾ ਗਏ ਤਾਂ ਉਹਨਾਂ ਨੇ ਇੱਕ ਬੱਚੇ ਨੂੰ ਦੇਖਿਆ ਜਿਹਨੂੰ ਕੁੱਬੜ ਸੀ, ਉਹਨਾਂ ਨੇ ਉਹਨੂੰ ਫੜ ਕੇ ਸਿੱਧਾ ਕਰਤਾ। ਤੇ ਕੁੱਬੜ ਤਾਂ ਮਤਲਬ ਉਦੋਂ ਤੋਂ ਹੈ, ਲੇਕਿਨ ਪੁਰਾਣੇ ਟਾਈਮ 'ਚ ਜਿਹਨੂੰ ਕੁੱਬੜ ਹੁੰਦਾ ਸੀ ਉਹ ਆਮ ਤੌਰ 'ਤੇ ਬੱਚੇ ਜਾਂ ਉਹ ਘਰ ਹੀ ਬਹਿ ਜਾਂਦੇ ਸੀ, ਉਹ ਕਿਉਂਕਿ ਬਾਹਰ ਨਿਕਲਦੇ ਨਹੀਂ ਸੀ, ਸੋਸ਼ਲੀ ਆਈਸੋਲੇਟ ਹੋ ਜਾਂਦੇ ਸੀਗੇ ਤੇ ਜਾਂ ਸਮਾਜ ਵੀ ਉਹਨਾਂ ਨੂੰ ਬਾਹਰ ਕਰ ਦਿੰਦਾ ਸੀ। ਉਹਨਾਂ ਦੀ ਛੇਤੀ ਛੇਤੀ ਵਿਆਹ ਵੀ ਨਹੀਂ ਹੁੰਦੇ ਸੀਗੇ ਤੇ ਲੜਕੀਆਂ ਦੇ ਵੀ ਵਿਆਹ ਨਹੀਂ ਹੁੰਦੇ ਸੀ, ਤਾਂ ਕਰਕੇ ਸੁਸਾਇਟੀ ਨੂੰ ਪਤਾ ਨਹੀਂ ਚੱਲਦਾ ਸੀ। ਫਿਰ ਇਹਦਾ ਹੌਲੀ ਹੌਲੀ ਇਲਾਜ ਆਇਆ ਤਾਂ ਵੀ ਲੋਕ, ਕਿਉਂਕਿ ਬਹੁਤ ਕੰਪਲੈਕਸ ਸਰਜਰੀ ਹੈ, ਇੱਕ ਤਰ੍ਹਾਂ ਮੈਡੀਕਲ ਸਾਇੰਸ ਦੀ ਵਨ ਆਫ ਦਾ ਮੋਸਟ ਕੰਪਲੈਕਸ ਸਰਜਰੀ ਸੀ ਇਹਨੂੰ ਕੰਸੀਡਰ ਕਰਦੇ ਹਾਂ। ਤੇ ਉਸ ਟਾਈਮ ਲੋਕ ਡਰਦੇ ਬਹੁਤ ਸੀ ਇਹਦਾ ਇਲਾਜ ਕਰਾਉਣ ਤੋਂ, ਕਿਉਂਕਿ ਇਹਦੇ ਵਿੱਚ ਪੈਰਾਲਿਸਿਸ ਦਾ, ਡੈਥ ਦਾ, ਇਹ ਸਭ ਰਿਸਕ ਹੁੰਦੇ ਨੇ ਤੇ ਉਦੋਂ ਸਾਡੇ ਕੋਲ ਇੰਨੀ ਫੈਸਿਲਿਟੀ ਨਹੀਂ ਹੁੰਦੀਆਂ ਸੀਗੀਆਂ। ਇਨਫੈਕਟ ਮੇਰਾ ਵੀ ਇਹਦੇ 'ਚ ਇੰਟਰਸਟ ਇਹਦੀ ਪੈਦਾ ਹੋਇਆ ਕਿ ਮੇਰੇ ਇੱਕ ਨੇਬਰ ਨੂੰ ਸੀ, ਜਦੋਂ ਮੈਂ ਉਹਨੂੰ ਏਮਸ ਦੇ ਵਿੱਚ ਲੈ ਕੇ ਗਿਆ ਤਾਂ ਉਹਨਾਂ ਨੇ ਕਿਹਾ ਵੀ ਤਾਂ ਬਹੁਤ ਟਾਈਮ ਹੋ ਗਿਆ ਤੇ ਤਾਂ ਰਿਸਕ ਬਹੁਤ ਜ਼ਿਆਦਾ ਹੈ ਤੇ ਇਨਫੈਕਟ ਉਹਨੂੰ ਪ੍ਰੋਬਲਮ ਵੀ ਆ ਗਈ ਸੀ, ਕੁੱਬੜਾਪਨ ਬਹੁਤ ਜ਼ਿਆਦਾ ਵੱਧ ਗਿਆ ਸੀ ਤੇ ਉਸ ਤੋਂ ਬਾਅਦ ਉਹ ਲੜਕੀ ਵੀ ਘਰ ਹੀ ਬੈਠੀ ਹੋਈ ਹੈ, ਉਹ ਬਾਹਰ ਨਹੀਂ ਨਿਕਲਦੀ। ਤੇ ਕੁੱਬੜਪਨ ਪਹਿਲਾਂ ਤੋਂ ਹੈ, ਲੇਕਿਨ ਹੁਣ ਜਿਵੇਂ ਜਿਵੇਂ ਟੈਕਨੋਲੋਜੀ ਐਡਵਾਂਸਮੈਂਟ ਹੋਈ ਹੁਣ ਇਹਦੀ ਆਪਰੇਸ਼ਨ ਬਹੁਤ ਜ਼ਿਆਦਾ ਸੇਫ ਹੋ ਗਿਆ। ਜਿਵੇਂ ਸਾਡੇ ਸੈਂਟਰ 'ਤੇ ਮੈਂ ਆਲਮੋਸਟ 1000 ਤੋਂ ਉੱਪਰ ਆਪਰੇਸ਼ਨ ਕਰ ਚੁੱਕਿਆ ਇਹਦੇ ਕੁੱਬੜਪਨ ਦੇ ਤੇ ਆਲਮੋਸਟ ਸਾਰੇ ਠੀਕ ਨੇ। ਇਹ ਤਾਂ ਚਲੋ ਉੱਪਰ ਵੱਲ ਦੀ ਕਿਰਪਾ ਹੈ, ਪਰ ਮੇਨ ਜਿਹੜਾ ਇਹਦੇ 'ਚ ਟੈਕਨੋਲੋਜੀ ਦਾ ਕਾਫੀ ਰੋਲ ਹੈ, ਕਿਉਂਕਿ ਅੱਜ ਕੱਲ੍ਹ ਅਸੀਂ ਨਿਊਰੋ ਮੋਨੀਟਰਿੰਗ ਦਾ ਇਸਤੇਮਾਲ ਕਰਦੇ ਹਾਂ, ਜਿਹਦੇ ਵਿੱਚ ਅਸੀਂ ਨਸਾਂ ਨੂੰ ਮੋਨੀਟਰ ਕਰਦੇ ਰਹਿੰਦੇ ਹਾਂ। ਇਹ ਆਪਰੇਸ਼ਨ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਖਤਰਾ ਹੁੰਦਾ ਹੈ ਉਹ ਪੈਰਾਲਿਸਿਸ ਦਾ ਹੁੰਦਾ ਹੈ। ਹੁਣ ਇਸ ਆਪਰੇਸ਼ਨ ਦੌਰਾਨ ਅਸੀਂ ਜਦੋਂ ਨਸਾਂ ਨੂੰ ਮੋਨੀਟਰ ਕਰਦੇ ਰਹਿੰਦੇ ਹਾਂ, ਜਦੋਂ ਇਹਨੂੰ ਕੁੱਬੜਪਨ ਨੂੰ ਸਿੱਧਾ ਕਰਦੇ ਹਾਂ, ਸਾਨੂੰ ਪਤਾ ਲੱਗਦਾ ਰਹਿੰਦਾ ਵੀ ਇਹਨੂੰ ਕੋਈ ਪੈਰਾਲਿਸਿਸ ਜਾਂ ਨਸਾਂ ਨੂੰ ਕੋਈ ਡੈਮੇਜ ਤਾਂ ਨਹੀਂ ਹੋ ਰਿਹਾ। ਫਿਰ ਜਿਹੜੇ ਅਸੀਂ ਸਕਰੂ ਪਾਉਂਦੇ ਹਾਂ, ਹੁਣ ਅਸੀਂ ਸਿੱਧੀ ਸਪਾਈਨ ਸਕਰੂ ਪਾਉਂਦੇ ਹਾਂ, ਇੱਕ ਟੇਢੀ ਸਪਾਈਨ ਦੇ ਵਿੱਚ ਸਕਰੂ ਪਾਉਂਦੇ ਹਾਂ, ਤਾਂ ਉਹਦੇ ਵਿੱਚ ਸਾਡੇ ਕੋਲ ਹੁਣ 3D ਟੈਕਨੋਲੋਜੀ ਹੈ ਜਿਹਦੇ ਵਿੱਚ ਨੈਵੀਗੇਸ਼ਨ ਹੈ। ਡਿਊਰਿੰਗ ਆਪਰੇਸ਼ਨ ਅਸੀਂ ਸੀ ਆਰਮ ਜਾਂ ਓ ਆਰਮ ਮਸ਼ੀਨ ਹੁੰਦੀ ਹੈ, ਉਹਦੇ ਨਾਲ ਚੈੱਕ ਕਰ ਲੈਣੇ ਵੀ ਸਾਡੇ ਸਾਰੇ ਸਕਰੂ ਸਹੀ ਪਏ ਹੋਏ ਨੇ, ਕੋਈ ਗਲਤ ਤਾਂ ਨਹੀਂ ਹੈ, ਤਾਂ ਉਹਦੇ ਕਾਰਨ ਵੀ ਸਰਜਰੀ ਕਾਫੀ ਸੇਫ ਹੋ ਗਈਆਂ। ਤੇ ਦੂਜਾ ਜਿਹੜਾ ਡਿਜੀਟਲ ਮੀਡੀਆ, ਜਿਵੇਂ ਤੁਸੀਂ ਵੀ ਹੁਣ ਡਿਜੀਟਲ ਮੀਡੀਆ ਦੇ ਕਾਰਨ ਲੋਕਾਂ 'ਚ ਅਵੇਅਰਨੈਸ ਬਹੁਤ ਜ਼ਿਆਦਾ ਵੱਧ ਗਈ ਹੈ, ਤਾਂ ਇਸ ਕਾਰਨ ਜਿਹੜੇ ਮਰੀਜ਼ ਨੇ ਹੁਣ ਸਾਹਮਣੇ ਨਿਕਲ ਕੇ ਜ਼ਿਆਦਾ ਆ ਰਹੇ ਨੇ ਤੇ ਇਸ ਕਰਕੇ ਸਾਨੂੰ ਲੱਗ ਰਿਹਾ ਵੀ ਇਹਦਾ ਜਿਹੜਾ ਇੰਸੀਡੈਂਸ ਹੈ ਉਹ ਵੱਧ ਗਿਆ ਹੈ। ਜੀ। ਅੱਛਾ, ਇੱਕ ਗੱਲ ਹੋਰ ਦੱਸੋ, ਇਸ ਵੇਲੇ ਜ਼ਿਆਦਾਤਰ ਜਿਹੜੀ ਰੀੜ੍ਹ ਦੀ ਹੱਡੀ ਨਾਲ ਸੰਬੰਧਿਤ ਬਿਮਾਰੀਆਂ ਬੰਦੇ ਨੂੰ ਹੁੰਦੀਆਂ ਨੇ, ਲੇਕਿਨ ਉਹ ਇਲਾਜ ਕੋਈ ਹੋਰ ਹੀ ਕਰਵਾਉਂਦਾ ਫਿਰਦਾ ਰਹਿੰਦਾ ਹੈ ਨਾ। ਉਹ ਫਿਰ ਕਹਿੰਦਾ ਵੀ ਟੈਸਟਾਂ 'ਚ ਵੀ ਕੁਝ ਨਹੀਂ ਆ ਰਿਹਾ, ਮੈਂ ਸਾਰੇ ਟੈਸਟ ਵੀ ਖੂਨ ਦੇ ਵੀ ਕਰਾ ਲਏ, ਪਿਸ਼ਾਬ ਦੇ ਵੀ ਕਰਾ ਲਏ, ਹੋਰ ਜਿਹੜੇ ਟੈਸਟ ਹੁੰਦੇ ਨੇ ਉਹ ਕਰਾ ਲਏ, ਪਰ ਦਰਦ ਨੇ ਜਿਹੜੇ ਉਹ ਨਹੀਂ ਜਾਂਦੇ। ਸਭ ਤੋਂ ਵੱਡੀ ਨਿਸ਼ਾਨੀ ਕੀ ਹੁੰਦੀ ਹੈ ਜਦੋਂ ਸਾਨੂੰ ਲੱਗੇ ਕਿ ਇਹ ਪ੍ਰੋਬਲਮ ਕਿਸੇ ਹੋਰ ਨਾਲ ਸੰਬੰਧਿਤ ਨਹੀਂ, ਰੀੜ੍ਹ ਦੀ ਹੱਡੀ ਨਾਲ ਸੰਬੰਧਿਤ ਹੈ? ਹਾਂ, ਇਹ ਬੜਾ ਚੰਗਾ ਸਵਾਲ ਪੁੱਛਿਆ ਤੁਸੀਂ, ਕਿਉਂਕਿ ਰੀੜ੍ਹ ਦੀ ਹੱਡੀ ਅਸੀਂ ਕਹਿੰਦੇ ਜੀ ਸਭ ਤੋਂ ਜਿਹੜਾ ਮਰੀਜ਼ ਕੋਈ ਵੀ ਓਪੀਡੀ ਦੇ ਵਿੱਚ ਜਾਂਦਾ, ਸਭ ਤੋਂ ਕਾਮਨ ਕਾਰਨ ਹੁੰਦਾ ਕਾਮਨ ਕੋਲਡ ਵੀ ਨਜ਼ਲਾ ਜ਼ੁਕਾਮ, ਤੇ ਸੈਕਿੰਡ ਕਾਮਨ ਕਾਰਨ ਹੈ ਲੋ ਬੈਕ ਪੇਨ, ਕਮਰ ਦਾ ਦਰਦ। ਤਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਕਮਰ ਤੋਂ ਦਰਦ ਆਮ ਤੌਰ 'ਤੇ ਸਭ ਤੋਂ ਜ਼ਿਆਦਾ ਕਾਮਨ ਹੈਗਾ, ਜਾਂ ਗਰਦਨ ਦੇ ਵਿੱਚ ਦਰਦ ਹੈ। ਤੇ ਇਹਦੇ ਵਿੱਚ ਮਕੈਨੀਕਲ ਪੇਨ ਕਹਿੰਦੇ, ਮਕੈਨੀਕਲ ਮਤਲਬ ਜਿਵੇਂ ਕਮਰ ਦਾ ਦਰਦ ਹੈ, ਖੜੇ ਹੋਣ ਦੇ ਨਾਲ ਜ਼ਿਆਦਾ ਹੁੰਦਾ ਹੈ, ਤੁਰਨ ਨਾਲ ਜ਼ਿਆਦਾ ਹੁੰਦਾ ਹੈ, ਜ਼ਿਆਦਾ ਲੰਬੇ ਟਾਈਮ ਤੱਕ ਬੈਠਣ ਨਾਲ ਹੁੰਦਾ ਹੈ, ਤਾਂ ਇਹ ਵਾਲੀ ਜਿਹੜੀ ਪ੍ਰੋਬਲਮ ਹੈ ਆਮ ਤੌਰ 'ਤੇ ਰੀੜ੍ਹ ਦੀ ਹੱਡੀ ਤੋਂ ਹੁੰਦੀ ਹੈ। ਉਸ ਤਰ੍ਹਾਂ ਗਰਦਨ ਦਰਦ ਜਿਵੇਂ ਆਪਾਂ ਜ਼ਿਆਦਾ ਟਾਈਮ ਤੱਕ ਮੋਬਾਈਲ ਯੂਜ਼ ਕਰਨ ਤੋਂ ਬਾਅਦ ਜਾਂ ਜ਼ਿਆਦਾ ਅਖਬਾਰ ਪੜ੍ਹਨ ਨਾਲ ਜਦੋਂ ਦਰਦ ਹੁੰਦਾ ਹੈ, ਤਾਂ ਅਸੀਂ ਕਹਿੰਦੇ ਵੀ ਇਹ ਰੀੜ੍ਹ ਦੀ ਹੱਡੀ ਤੋਂ ਜ਼ਿਆਦਾ ਪ੍ਰੋਬਲਮ ਹੈਗੀ ਹੈ। ਅਤੇ ਨਾਲ ਜੇ ਐਸੋਸੀਏਟਡ ਸਾਨੂੰ ਲੱਗੇ ਵੀ ਹੱਥਾਂ 'ਚ ਕੋਈ ਸੁੰਨਪਨ ਆ ਰਿਹਾ ਹੈ, ਟਿੰਗਲਿੰਗ ਕੀੜੀਆਂ ਚੱਲਦੀਆਂ, ਉਵੇਂ ਜੇ ਲੱਤਾਂ ਭਾਰੀ ਪੈਂਦੀਆਂ, ਲੱਤਾਂ ਸੁੰਨਪਨ ਆ ਰਿਹਾ, ਤਾਂ ਇਹਦਾ ਮਤਲਬ ਇਹ ਰੀੜ੍ਹ ਦੀ ਹੱਡੀ ਤੋਂ ਪ੍ਰੋਬਲਮ ਆ ਰਹੀ ਹੈ। ਰੀੜ੍ਹ ਦੀ ਹੱਡੀ ਤੋਂ ਪ੍ਰੋਬਲਮ ਆ ਰਹੀ ਹੈ। ਅੱਛਾ, ਇੱਕ ਹੋਰ ਗੱਲ, ਅੱਜ ਕੱਲ੍ਹ ਕੋਕਸੀ ਦੀ ਵੀ ਬੜੀ ਪ੍ਰੋਬਲਮ ਹੈ। ਜਿਹੜਾ ਵੀ ਦੂਜੇ ਤੀਜੇ ਜਿਸ ਨੂੰ ਵੀ ਅਸੀਂ ਦੇਖਦੇ ਹਾਂ, ਕਹਿੰਦੇ ਯਾਰ ਕੋਕਸੀ ਦੀ ਬੜੀ ਪ੍ਰੋਬਲਮ ਹੈ, ਜਿਹਨੂੰ ਅਸੀਂ ਪੰਜਾਬੀ ਦੇ ਵਿੱਚ ਉਹ ਕਹਿ ਦਿੰਦੇ ਹਾਂ ਕਿ ਟੇਲ ਬੋਨ ਵੀ ਅਸੀਂ ਕਹਿ ਦਿੰਦੇ ਹਾਂ, ਟੇਲ ਬੋਨ ਵੀ ਕਹਿ ਦਿੰਦੇ ਹਾਂ, ਕੋਕਸੀ ਵੀ ਕਹਿ ਦਿੰਦੇ ਹਾਂ, ਢੁੱਡਰੀ ਵੀ ਅਸੀਂ ਪੰਜਾਬੀ ਦੇ ਵਿੱਚ ਉਹਨੂੰ ਕਹਿ ਦਿੰਦੇ ਹਾਂ। ਉਹ ਕੀ ਚੀਜ਼ ਹੁੰਦੀ ਹੈ? ਤੁਹਾਡੇ ਕੋਲ ਪਿਆ, ਤੁਸੀਂ ਸਾਨੂੰ ਸਮਝਾਓਗੇ ਵੀ ਹੁੰਦੀ ਕੀ ਆ ਉਹ? ਦੇਖੋ, ਇਹ ਜਿਹੜਾ ਰੀੜ੍ਹ ਦੀ ਹੱਡੀ ਦਾ ਇਹ ਸਭ ਤੋਂ ਨਿਚਲਾ ਪੋਰਸ਼ਨ ਹੈ, ਲੋਅਰ ਬੈਕ ਕਹਿੰਦੇ ਆ। ਇਹਦੇ ਵਿੱਚ ਜਿਹੜੇ ਸਭ ਤੋਂ ਲਾਸਟ ਸੈਗਮੈਂਟ ਹੁੰਦਾ ਹੈ, ਇਹਨੂੰ ਅਸੀਂ ਕੋਕਸਿਕਸ ਕਹਿੰਦੇ ਆ। ਇਹ ਚਾਰ ਐਕਚੁਅਲੀ ਆਪਣੀ ਜਿਹੜੀ ਰੀੜ੍ਹ ਦੀ ਹੱਡੀ ਮਣਕਿਆਂ ਦੀ ਬਣੀ ਹੁੰਦੀ ਹੈ, ਤੇ ਹਰ ਮਣਕੇ ਦੋ ਮਣਕਿਆਂ ਦੇ ਵਿੱਚ ਡਿਸਕ ਹੁੰਦੀ ਹੈ, ਲੇਕਿਨ ਜਿਹੜੇ ਲਾਸਟ ਚਾਰ ਮਣਕੇ ਨੇ, ਜਿਹਨੂੰ C1 C2 C3 C4 ਕਹਿੰਦੇ ਆ, COC1 ਕਹਿੰਦੇ ਹਾਂ ਅਸੀਂ, ਇਹ ਚਾਰੋਂ ਮਣਕੇ ਜੁੜ ਕੇ ਇੱਕ ਟੇਲ ਬੋਨ ਬਣਾ ਦਿੰਦੇ ਨੇ। ਇਹ ਰੈਮਨੈਂਟ ਹੈ, ਜਿਵੇਂ ਐਨੀਮਲਸ ਦੇ ਵਿੱਚ ਟੇਲ ਹੁੰਦੀ ਹੈ, ਤੇ ਆਪਣੇ ਵਿੱਚ ਉਹਦਾ ਰੈਮਨੈਂਟ ਬਚ ਗਿਆ। ਇਹਦਾ ਐਸਾ ਕੋਈ ਜ਼ਿਆਦਾ ਕੰਮ ਨਹੀਂ ਹੁੰਦਾ ਆਪਣੀ ਬੋਡੀ ਦੇ ਵਿੱਚ, ਇੱਥੇ ਕੋਈ ਨਸਾਂ ਵੀ ਨਹੀਂ ਹੁੰਦੀਆਂ ਹੈਗੀਆਂ, ਪਰ ਇਹ ਕਾਫੀ ਕਮਜ਼ੋਰ ਪੋਰਸ਼ਨ ਹੁੰਦਾ ਹੈ।
ਤਾਂ ਆਮ ਤੌਰ ਤੇ ਅਸੀਂ ਦੇਖਿਆ ਕਿ ਜਿਵੇਂ ਬਚਪਨ ਦੇ ਵਿੱਚ ਵੀ ਬੱਚਾ ਗਿਰ ਗਿਆ ਨੀਚੇ ਨੂੰ, ਹੈ ਨਾ, ਬਟਕਸ ਦੇ ਭਾਰ ਤੇ ਗਿਰ ਗਿਆ, ਕੋਈ ਉੱਪਰੋਂ ਕੋਈ ਪੌੜੀਆਂ ਤੋਂ ਗਿਰ ਗਿਆ, ਜਾਂ ਕੋਈ ਲੇਡੀਜ਼ ਨੇ ਘਰ ਕੰਮ ਕਰਦੇ ਕਰਦੇ ਗਿਰ ਗਈਆਂ, ਕੋਈ ਬਾਥਰੂਮ ਦੇ ਵਿੱਚ ਸਲਿੱਪ ਹੋ ਕੇ ਗਿਰ ਗਿਆ। ਜਦੋਂ ਬਟਕਸ ਦੇ ਭਾਰ ਗਿਰਦੇ ਬੜੀ ਜਲਦੀ ਟੁੱਟ ਜਾਂਦੀ ਹੈ ਜਾਂ ਸਬਲੈਕਸੀਏਟ ਹੋ ਜਾਂਦੀ ਹੈ, ਤਾਂ ਉਹਦੇ ਕਾਰਨ ਇੱਥੇ ਦਰਦ ਰਹਿਣਾ ਸ਼ੁਰੂ ਹੋ ਜਾਂਦਾ ਹੈ। ਤੇ ਜਦੋਂ ਵੀ ਆਪਾਂ ਫਿਰ ਬੈਠਦੇ ਹਾਂ ਉਹ ਹੱਡੀ ਹਿਲਦੀ ਹੈ, ਦਰਦ ਹੁੰਦਾ ਹੈਗਾ। ਬਾਕੀ ਇਹਦੇ ਹੋਰ ਕਾਰਨ ਵੀ ਹੁੰਦੇ ਨੇ, ਕੋਈ ਇਨਫੈਕਸ਼ਨ ਹੋ ਜਾਏ ਜਾਂ ਇੱਥੇ ਸੋਜਿਸ਼ ਆ ਜਾਏ, ਇਹਨੂੰ ਕੋਕਸੀਜੋਡਾਈਨੀਆ ਕਹਿੰਦੇ ਹਾਂ ਅਸੀਂ। ਇਹ ਹੁੰਦਾ ਤਾਂ ਇਸ ਤਰ੍ਹਾਂ ਹੈ ਜੀ ਜਿਵੇਂ ਕਿਸੇ ਨੇ ਪੁੜ ਦੇ ਵਿੱਚ ਟੀਕਾ ਲਗਾਤਾ ਹੁੰਦਾ, ਇੰਨਾ ਜ਼ਿਆਦਾ ਦਰਦ ਰਹਿੰਦਾ। ਹਾਂ, ਇੰਨਾ ਜ਼ਿਆਦਾ ਦਰਦ ਹੁੰਦਾ ਹੈ। ਅਸੀਂ ਕਹਿੰਦੇ ਪ੍ਰੋਬਲਮ ਸੀਰੀਅਸ ਨਹੀਂ ਹੈਗੀ, ਕਿਉਂਕਿ ਇੱਥੇ ਕੋਈ ਨਸਾਂ ਨਹੀਂ ਹੁੰਦੀਆਂ, ਕੁਝ ਨਹੀਂ ਹੁੰਦੀਆਂ, ਬਟ ਇਹ ਬੜੀ ਡਿਫੀਕਲਟ ਤੇ ਬੜੀ ਇਰੀਟੇਟਿੰਗ ਪ੍ਰੋਬਲਮ ਹੁੰਦੀ ਹੈ, ਜਿਹਨੂੰ ਠੀਕ ਕਰਨਾ ਵੀ ਥੋੜ੍ਹਾ ਡਿਫੀਕਲਟ ਹੁੰਦਾ ਹੈ। ਤੇ ਇਹਦੇ ਵਿੱਚ ਆਮ ਤੌਰ 'ਤੇ ਅਸੀਂ ਕਹਿੰਦੇ ਵੀ ਕੋਕਸਿਕਸ ਪਿੱਲੋ ਲੈ ਕੇ ਬੈਠੋ, ਵੀ ਤਾਂ ਕਿ ਪੋਰਸ਼ਨ ਨੀਚੇ ਟੱਚ ਹੀ ਨਾ ਹੋਵੇ। ਤੇ 3 ਤੋਂ 6 ਮਹੀਨੇ ਜੇ ਅਸੀਂ ਇਸ ਤਰ੍ਹਾਂ ਬੈਠਦੇ ਤਾਂ ਸੋਜਿਸ਼ ਜਿਹੜੀ ਉਹ ਖਤਮ ਹੋ ਜਾਂਦੀ ਹੈ ਤੇ ਆਮ ਤੌਰ 'ਤੇ ਦਰਦ ਚਲਾ ਜਾਂਦਾ ਹੈ। ਜਾਂ ਫਿਜ਼ੀਓਥੈਰੇਪੀ ਦਾ ਵੀ ਕਾਫੀ ਰੋਲ ਹੈ, ਜਿਹਦੇ ਨਾਲ ਇਹਦੇ ਵਿੱਚ ਅਸੀਂ ਅਲਟਰਾਸੋਨਿਕ ਸ਼ਾਰਟ ਵੇਵ ਡਾਇਥਰਮੀ ਵਗੈਰਾ ਕਰਦੇ ਹਾਂ, ਜਿਹਦੇ ਨਾਲ ਇੱਥੇ ਸੋਜਿਸ਼ ਘੱਟ ਜਾਂਦੀ ਹੈਗੀ, ਨਾਲ ਕੁਝ ਦਵਾਈਆਂ ਦਿੰਦੇ ਹਾਂ। ਜੇ 3 ਤੋਂ 6 ਮਹੀਨੇ ਤੋਂ ਬਾਅਦ ਵੀ ਠੀਕ ਨਾ ਹੋਵੇ ਤਾਂ ਅੱਜਕੱਲ੍ਹ ਬੜਾ ਵਧੀਆ ਪੇਨ ਮੈਨੇਜਮੈਂਟ ਟੈਕਨੀਕਸ ਆਈਆਂ ਹੋਈਆਂ, ਜਿਹਦੇ ਵਿੱਚ ਅਸੀਂ ਅੰਡਰ ਵਿਜ਼ੂਅਲਾਈਜੇਸ਼ਨ ਮਤਲਬ CM ਵਗੈਰਾ 'ਚ ਦੇਖ ਕੇ ਤੇ ਇੰਜੈਕਸ਼ਨ ਲਾ ਦਿੰਦੇ ਹਾਂ, ਲੋਕਲ ਇੰਜੈਕਸ਼ਨ ਲਾ ਦਿੰਦੇ ਹਾਂ, ਜਿਹਦੇ ਨਾਲ ਸੋਜਿਸ਼ ਘੱਟ ਜਾਂਦੀ ਹੈ। ਉਸ ਤੋਂ ਇਲਾਵਾ ਇੱਥੇ ਗੈਂਗਲੀਅਨ ਹੁੰਦਾ ਹੈ, ਜਿਹੜੀ ਕੋਕਸਿਕਸ ਹੁੰਦੀ ਹੈ ਟੇਲ ਬੋਨ ਦੇ ਅੱਗੇ ਇੱਕ ਗੈਂਗਲੀਅਨ ਹੁੰਦਾ, ਜਿਹਨੂੰ ਇੰਪਾਰ ਗੈਂਗਲੀਅਨ ਕਹਿੰਦੇ ਹਾਂ, ਤੇ ਅਸੀਂ ਇਹਦੇ ਵਿੱਚੋਂ ਦੀ ਜਾ ਕੇ ਉਹ ਇੰਪਾਰ ਗੈਂਗਲੀਅਨ ਨੂੰ ਬਲੌਕ ਕਰ ਦਿੰਦੇ ਹਾਂ, ਤੇ ਉਹਦੇ ਨਾਲ ਵੀ ਇਹਦਾ ਦਰਦ ਚਲਾ ਜਾਂਦਾ ਹੈ। ਇਹ ਲਾਸਟ ਸਟੇਜ ਹੁੰਦੀ ਹੈ। ਤੇ ਜੇ ਉਹਦੇ ਨਾਲ ਦਰਦ ਚਲਾ ਜਾਵੇ ਤਾਂ ਇੰਪਾਰ ਗੈਂਗਲੀਅਨ ਨੂੰ RF ਐਬਲੇਸ਼ਨ ਕਹਿੰਦੇ ਹਾਂ, ਇੱਕ ਰੇਡੀਓ ਫ੍ਰੀਕੁਐਂਸੀ ਐਬਲੇਸ਼ਨ, ਨੂੰ ਖਤਮ ਕਰ ਦਿੰਦੇ ਹਾਂ, ਅਸੀਂ ਜਲਾ ਦਿੰਦੇ ਹਾਂ ਤਾਂ ਕਿ ਦਰਦ ਪਰਮਾਨੈਂਟਲੀ ਖਤਮ ਹੋ ਜਾਏ। ਬਹੁਤ ਰੇਅਰ ਚਾਂਸਸ 1 ਤੋਂ 2% ਕੇਸਾਂ ਦੇ ਵਿੱਚ ਬਿਲਕੁਲ ਦਰਦ ਜਾਂਦਾ ਹੀ ਨਹੀਂ, ਤਾਂ ਫਿਰ ਅਸੀਂ, ਕਿਉਂਕਿ ਵਿਸਟੀਜ਼ਲ ਆਰਗਨ ਕਹਿੰਦੇ ਇਹ ਆਪਣੇ ਕੰਮ ਦਾ ਨਹੀਂ ਹੁੰਦਾ, ਇਹਨੂੰ ਕੱਢ ਦਿੰਦੇ ਹਾਂ ਫਿਰ ਅਸੀਂ ਆਪਰੇਸ਼ਨ ਨਾਲ, ਪਰ ਬਹੁਤ ਰੇਅਰਲੀ ਜ਼ਰੂਰਤ ਪੈਂਦੀ ਹੈ। ਪਰ ਬਹੁਤ ਸਾਰੇ ਮਰੀਜ਼ ਇਦਾਂ ਦੇ ਵੀ ਹੈਗੇ ਜੀ ਡਾਕਟਰ ਸਾਹਿਬ ਕਿ ਜਿਨ੍ਹਾਂ ਨੂੰ 10-10 ਸਾਲ ਹੋ ਗਏ, ਜਿਹੜੇ ਢੁੱਡੀ ਦਾ ਇਲਾਜ ਕਰੀ ਜਾਂਦੇ ਨੇ, ਕੋਈ ਪਾਵੇ ਤੇ ਬੈਠ ਦੇਖੀ ਜਾਂਦਾ, ਕੋਈ ਫਿਜ਼ੀਓਥੈਰੇਪੀ। ਸਾਡਾ ਤੁਹਾਡੇ ਕੋਲ ਆਉਣ ਦਾ ਪਰਪਸ ਵੀ ਇਹੀ ਹੈ ਕਿ ਉਹ ਲੋਕ ਜਿਹੜੇ ਲੋਕ ਹਰ ਤਰ੍ਹਾਂ ਤੋਂ, ਹਰ ਪਾਸੇ ਤੋਂ, ਹਰ ਤਰ੍ਹਾਂ ਦਾ ਟੋਟਕਾ ਜਿਹੜਾ ਉਹ ਅਜ਼ਮਾ ਚੁੱਕੇ ਨੇ, ਉਹਨਾਂ ਕਰਕੇ ਅਸੀਂ ਡਾਕਟਰ ਸਾਹਿਬ ਤੁਹਾਡੇ ਕੋਲ ਆਏ ਕਿ ਤੁਹਾਡੇ ਵਾਲੀ ਸਟੇਜ ਜਿਹੜੀ ਫਿਰ ਆਖਰੀ ਹੋ ਜਾਂਦੀ ਹੈ, ਤੇ ਕਿਹੜੀਆਂ ਚੀਜ਼ਾਂ ਦਾ ਪ੍ਰੀਕਾਸ਼ਨ ਹੈ ਜਿਹੜਾ ਉਹ ਰੱਖਣਾ ਪੈਂਦਾ। ਦੇਖੋ, ਜੇ ਆਪਾਂ ਕਮਰ ਦਰਦ ਦੀ ਗੱਲ ਕਰੀਏ, ਕਮਰ ਦਰਦ ਅੱਜ ਕੱਲ੍ਹ ਇੰਨਾ ਕਾਮਨ ਕਿਉਂ ਹੋ ਰਿਹਾ? ਜੇ ਆਪਾਂ ਦੇਖੀਏ 30-40 ਸਾਲ ਪਹਿਲਾਂ ਕਮਰ ਦਰਦ ਦੀ ਇੰਨੀ ਪ੍ਰੋਬਲਮ ਨਹੀਂ ਸੀ, ਕਿਉਂਕਿ 40 ਸਾਲ ਪਹਿਲਾਂ ਕਾਰਸ, ਇੰਨੀ ਲਗਜ਼ਰੀ ਲਾਈਫ ਸਟਾਈਲ ਨਹੀਂ ਹੁੰਦਾ ਸੀਗਾ, ਹਰ ਬੰਦਾ ਸਾਈਕਲ 'ਤੇ ਜਾਂਦਾ ਸੀ ਜਾਂ ਪੈਦਲ ਜਾਂਦਾ ਸੀ, ਜਿਹਦੇ ਕਾਰਨ ਮਾਸਪੇਸ਼ੀਆਂ ਮਜ਼ਬੂਤ ਰਹਿੰਦੀਆਂ ਸੀ। ਦੇਖੋ, ਜਿਹੜੇ ਰੀੜ੍ਹ ਦੀ ਹੱਡੀ ਦੇ ਮਣਕੇ ਨੇ ਉਹ ਉਮਰ ਦੇ ਨਾਲ ਡੀਜਨਰੇਟ ਹੁੰਦੇ ਨੇ, ਉਹ ਹਰ ਇੱਕ ਦੇ ਵਿੱਚ ਹੁੰਦੇ ਨੇ, ਹਰ ਇੱਕ ਨੇ ਜਿਵੇਂ ਉਮਰ ਵਧਣੀ ਹੈ, ਡਿਸਕ ਖਰਾਬ ਹੋਣੀ ਹੈ, ਮਣਕੇ ਖਰਾਬ ਹੋਣੇ, ਲੇਕਿਨ ਮਾਸਪੇਸ਼ੀਆਂ ਮਜ਼ਬੂਤ ਰਹਿੰਦੀਆਂ ਸੀ, ਤਾਂ ਕਰਕੇ ਉਹ ਖਰਾਬ ਕਾਲਮ ਨੂੰ ਫੜ ਕੇ ਰੱਖਦੇ ਸੀ, ਦਰਦ ਨਹੀਂ ਹੁੰਦਾ ਸੀ। ਹੁਣ ਜਿਹੜਾ ਆਪਣਾ ਲਾਈਫ ਸਟਾਈਲ ਹੈ ਉਹ ਕਾਫੀ ਆਰਾਮਦਾਇਕ ਲਾਈਫ ਸਟਾਈਲ ਹੈ, ਜਿਹਦੇ ਵਿੱਚ ਅਸੀਂ ਕਾਫੀ ਦੇਰ ਬੈਠੇ ਰਹਿੰਦੇ ਹਾਂ, ਜਾਂ ਅਸੀਂ ਜ਼ਿਆਦਾ ਐਕਸਰਸਾਈਜ਼ ਨਹੀਂ ਕਰਦੇ, ਤੇ ਨਾਰਮਲ ਚੱਲਣਾ ਫਿਰਨਾ ਵੀ ਘੱਟ ਹੁੰਦਾ, ਕਿਉਂਕਿ ਅਸੀਂ ਕਾਰ, ਬੱਸ ਇਹਨਾਂ ਦਾ ਇਸਤੇਮਾਲ ਕਰਦੇ ਹਾਂ, ਤਾਂ ਮਾਸਪੇਸ਼ੀਆਂ ਮਜ਼ਬੂਤ ਨਹੀਂ ਰਹਿੰਦੀਆਂ। ਤਾਂ ਜਿਵੇਂ ਆਪਣੀ ਉਮਰ ਵੱਧਦੀ ਹੈ, ਡੀਜਨਰੇਸ਼ਨ ਵੱਧਦੀ ਹੈ, ਡਿਸਕ ਖਰਾਬ ਹੁੰਦੀ ਹੈ, ਤਾਂ ਦਰਦ ਜਲਦੀ ਫੀਲ ਹੋਣ ਲੱਗ ਜਾਂਦਾ ਹੈ। ਤੇ ਇਹਦਾ ਇਲਾਜ ਬੜਾ ਸਿੰਪਲ ਹੈ ਕਿ ਸਾਨੂੰ ਆਪਣੀ ਮਾਸਪੇਸ਼ੀਆਂ ਮਜ਼ਬੂਤ ਰੱਖਣੀਆਂ। ਜਿਹੜਾ ਆਪਣਾ ਪੁਰਾਣਾ ਕਲਚਰ ਸੀ, ਸਵੇਰੇ ਉੱਠ ਕੇ ਆਪਾਂ ਅੱਧਾ ਘੰਟਾ ਐਕਸਰਸਾਈਜ਼ ਕਰਨੀ ਹੈ, ਡੇਲੀ ਵਾਕ ਕਰਨੀ ਹੈ, ਇਹ ਸਾਨੂੰ ਕਰਨਾ ਚਾਹੀਦਾ ਹੈ। ਹੁਣ ਤਾਂ ਕਹਿੰਦੇ ਨੇ ਵੀ ਤੁਸੀਂ ਐਸੀ ਕੋਈ ਗੋਲੀ ਬਣਾਓ, ਸਾਨੂੰ ਸੈਰ ਕਰਨ ਦੀ ਲੋੜ ਨਾ ਪਵੇ, ਤੁਹਾਡੇ ਕੋਲ ਵੀ ਆਉਂਦੇ ਹੋਣਗੇ ਇੱਦਾਂ ਦੇ। ਬਿਲਕੁਲ, ਦੇਖੋ, ਰੀੜ੍ਹ ਦੀ ਹੱਡੀ ਦਾ ਨਾ ਅਜੇ ਤੱਕ ਕੋਈ ਗੋਲੀ ਵਾਲਾ ਅਜੇ ਇਲਾਜ ਆਇਆ ਨਹੀਂ ਹੈਗਾ। ਇਹਦਾ ਇਲਾਜ ਸਭ ਤੋਂ ਪਹਿਲਾਂ ਜਿਹੜਾ ਕਮਰ ਦਰਦ ਦਾ ਜਾਂ ਗਰਦਨ ਦਰਦ ਦਾ ਇਲਾਜ ਹੈ ਉਹ ਇਹੀ ਹੈਗਾ, ਇੱਕ ਕਿ ਆਪਾਂ ਡੇਲੀ ਇੱਕ ਹੈਲਦੀ ਲਾਈਫ ਸਟਾਈਲ ਮੇਨਟੇਨ ਕਰੀਏ, ਡੇਲੀ ਸਵੇਰੇ ਉੱਠ ਕੇ ਵਾਕ ਕਰੀਏ ਤੇ ਕਸਰਤ ਕਰੀਏ, ਗਰਦਨ ਦੀ ਵੀ ਤੇ ਕਮਰ ਦੀ ਵੀ। ਇਹ ਬੜਾ ਜ਼ਰੂਰੀ ਹੈ, ਤੇ ਜਿਹਦੇ ਨਾਲ ਮਾਸਪੇਸ਼ੀਆਂ ਮਜ਼ਬੂਤ ਰਹਿਣ। ਤੇ 95% ਤੋਂ ਜ਼ਿਆਦਾ ਮਰੀਜ਼ ਨੇ ਜਿਹੜੇ ਸਿਰਫ ਇਹਦੇ ਨਾਲ ਠੀਕ ਵੀ ਹੋ ਜਾਂਦੇ ਨੇ, ਤੇ ਉਹਨਾਂ ਨੂੰ ਕਦੇ ਆਪਰੇਸ਼ਨ ਦੀ ਲੋੜ ਵੀ ਨਹੀਂ ਪੈਂਦੀ। 95%? ਬਿਲਕੁਲ, ਇਹ ਡਾਟਾ ਇਹੀ ਕਹਿੰਦਾ ਕਿ 95% ਪੇਸ਼ੈਂਟ ਨੇ ਉਹ ਜਿਹੜੇ ਨੈਕ ਪੇਨ, ਬੈਕ ਪੇਨਸ ਨੇ, ਦੇ ਕੈਨ ਬੀ ਮੈਨੇਜਡ ਸਿਰਫ ਐਕਸਰਸਾਈਜ਼ ਨਾਲ। ਤੇ ਦੂਸਰਾ, ਮੋਡੀਫਿਕੇਸ਼ਨ ਆਫ ਲਾਈਫ ਸਟਾਈਲ, ਕਿ ਆਪਾਂ ਇਹਦਾ ਅਬਿਊਜ਼ ਨਾ ਕਰੀਏ। ਅਬਿਊਜ਼ ਦਾ ਮਤਲਬ ਇਹ ਹੈਗਾ ਕਿ ਜਿਵੇਂ ਭਾਰੀ ਵਜ਼ਨ ਚੱਕਣੇ, ਲੰਬੇ ਟਾਈਮ ਤੱਕ, ਅੱਜ ਕੱਲ੍ਹ ਮੋਬਾਈਲ, ਜਿਵੇਂ ਆਪਾਂ ਲੰਬੇ ਟਾਈਮ ਤੱਕ ਨੀਚੇ ਝੁੱਕ ਕੇ ਮੋਬਾਈਲ ਦੇਖੀ ਜਾਵਾਂਗੇ ਤਾਂ ਗਰਦਨ ਦੇ ਜਿਹੜੇ ਮਸਲ ਨੇ ਡੈਫੀਨੇਟਲੀ ਉਹ ਥੱਕ ਜਾਂਦੇ ਨੇ, ਤੇ ਡਿਸਕ ਜਿਹੜੀ ਹੈ ਪ੍ਰੈਸ਼ਰ 'ਚ ਰਹਿੰਦੀ ਹੈ ਤੇ ਜਲਦੀ ਖਰਾਬ ਹੋ ਜਾਂਦੀ ਹੈ। ਨਾਲੇ ਇਹ ਵੀ ਮੈਂ ਕਿਤੇ ਪੜ੍ਹ ਰਿਹਾ ਸੀ ਕਿ ਜਦੋਂ ਮੋਬਾਈਲ ਅਸੀਂ ਨੀਚੇ ਕਰਕੇ ਦੇਖਦੇ ਹਾਂ ਤਾਂ ਘੱਟੋ ਘੱਟ 18 ਤੋਂ 20 ਕਿਲੋ ਵਜ਼ਨ ਹੈ ਸਾਡੇ ਸਿਰ ਤੇ ਪੈਂਦਾ। ਬਿਲਕੁਲ, ਇਹ ਇਸ ਤਰ੍ਹਾਂ ਹੁੰਦਾ ਹੈ, ਇਹ ਇੱਕ ਫਿਜ਼ਿਕਸ ਦਾ ਮੈਕੈਨਿਜ਼ਮ ਹੈ। ਜਿਵੇਂ ਆਪਾਂ ਕੋਈ 5 ਕਿਲੋ ਵਜ਼ਨ ਚੱਕੀਏ ਤਾਂ 5 ਕਿਲੋ ਵਜ਼ਨ ਨਾਲ 5 ਕਿਲੋ ਹੀ ਫੋਰਸ ਲੱਗਣੀ ਚਾਹੀਦੀ ਹੈ, ਪਰ ਇਸ ਤਰ੍ਹਾਂ ਨਹੀਂ ਹੁੰਦਾ। ਜੇ ਉਹੀ ਆਪਾਂ ਅੱਗੇ ਨੂੰ ਰੱਖ ਦਈਏ, ਜਿਵੇਂ ਆਪਾਂ ਕੋਈ ਵਜ਼ਨ 10 ਮੀਟਰ ਅੱਗੇ ਰੱਖ ਦਈਏ ਤਾਂ 5 × 10 ਉਹ 50 ਕਿਲੋ ਵਜ਼ਨ ਹੋ ਜਾਂਦਾ ਹੈ, ਜੇ ਆਪਾਂ ਅੱਗੇ ਚੁੱਕ ਕੇ ਚੱਕਦੇ ਹਾਂ। ਉਸ ਤਰ੍ਹਾਂ ਜਿਹੜਾ ਆਪਣਾ ਸਿਰ ਦਾ ਵਜ਼ਨ ਹੈ, ਜਦੋਂ ਆਪਾਂ ਸਿਰ ਦਾ ਵਜ਼ਨ ਅੱਗੇ ਨੂੰ ਚੁੱਕਦੇ ਹਾਂ ਤਾਂ ਜਿਹੜੇ ਸਾਰੀਆਂ ਮਾਸਪੇਸ਼ੀਆਂ ਸਿਰ ਦੇ ਵਜ਼ਨ ਨੂੰ ਚੱਕ ਕੇ ਰੱਖਦੀਆਂ ਹੈਗੀਆਂ। ਜੇ ਸਿਰ ਦਾ ਵਜ਼ਨ 5 ਕਿਲੋ ਹੈ ਤਾਂ ਨਾਲ ਉਹ ਡਿਸਟੈਂਸ ਐਡ ਹੋ ਜਾਂਦਾ ਜਦੋਂ ਅੱਗੇ ਨੂੰ ਚੁੱਕਦੇ ਹਾਂ। ਤਾਂ ਇਹ ਇਸ ਤਰ੍ਹਾਂ ਹੁੰਦਾ ਜਿਵੇਂ 18 ਤੋਂ 20 ਕਿਲੋ ਦਾ ਵਜ਼ਨ ਮਾਸਪੇਸ਼ੀਆਂ ਨੇ ਚੱਕਿਆ ਹੋਇਆ। ਪਰ ਇਹਦੇ ਨਾਲ ਜਿਹੜੀ ਦੂਜੀ ਪ੍ਰੋਬਲਮ ਹੈ, ਜਿਹੜੀ ਆਪਣੀ ਡਿਸਕ ਹੁੰਦੀ ਹੈ, ਉਹਦੇ 'ਚ ਇੰਟਰਾਡਿਸਕਲ ਪ੍ਰੈਸ਼ਰ ਵੱਧ ਜਾਂਦਾ ਹੈ। ਜਦੋਂ ਆਪਾਂ ਕੰਟੀਨਿਊਸਲੀ ਅੱਗੇ ਨੂੰ ਗਰਦਨ ਝੁਕਾ ਕੇ ਰੱਖਦੇ ਹਾਂ ਤਾਂ ਇੰਟਰਾਡਿਸਕਲ ਪ੍ਰੈਸ਼ਰ, ਜਿਵੇਂ
ਆਪਾਂ ਕਿ ਇੱਕ ਬਾਲ ਹੈ, ਬਾਲ ਦੇ ਉੱਪਰ ਬੈਠੇ ਤਾਂ ਬਾਲ ਬਲਜ ਕਰਦੀ ਹੈ, ਉਸੇ ਤਰ੍ਹਾਂ ਉਹ ਡਿਸਕ ਦੇ ਉੱਪਰ ਪ੍ਰੈਸ਼ਰ ਕੰਟੀਨਿਊਸਲੀ ਪਿਆ ਹੁੰਦਾ ਹੈ, ਉਹਦੇ ਨਾਲ ਉਹਦਾ ਵਾਟਰ ਕੰਟੈਂਟ ਘੱਟ ਜਾਂਦਾ ਤੇ ਡਿਸਕ ਜਲਦੀ ਖਰਾਬ ਹੋ ਜਾਂਦੀ ਹੈ। ਤੇ ਜਿਹੜੀ ਡਿਸਕ ਮੰਨ ਲਓ ਤੁਹਾਡੀ 60 ਸਾਲ ਦੀ ਉਮਰ 'ਚ ਖਰਾਬ ਹੋਣੀ ਸੀ, ਉਹ 40 ਸਾਲ 'ਚ ਖਰਾਬ ਹੋਣ ਲੱਗ ਗਈ। ਤੇ ਇਸੇ ਕਾਰਨ ਜੇ ਆਪਾਂ ਮਾਸਪੇਸ਼ੀਆਂ ਮਜ਼ਬੂਤ ਰੱਖਾਂਗੇ ਤੇ ਅਬਿਊਜ਼ ਨਹੀਂ ਕਰਾਂਗੇ, ਮਤਲਬ ਕੰਟੀਨਿਊਸਲੀ ਆਪਾਂ ਅੱਗੇ ਚੁੱਕ ਕੇ ਕੰਮ ਨਹੀਂ ਕਰਾਂਗੇ, ਤਾਂ ਉਹਦੇ ਵਿੱਚ ਆਪਣੀ ਮਾਸਪੇਸ਼ੀਆਂ ਮਜ਼ਬੂਤ ਰਹਿਣਗੀਆਂ, ਡਿਸਕ ਦੀ ਹਾਈਡਰੇਸ਼ਨ ਵੀ ਹੁੰਦੀ ਰਹੇਗੀ ਤੇ ਆਪਣਾ ਜਿਹੜੇ ਸਪੌਂਡੀਲਾਈਟਿਸ ਦੀ ਬਿਮਾਰੀ ਹੈ ਇਹ ਘੱਟ ਹੋਊਗੀ। ਤੇ ਫਿਰ ਮੋਬਾਈਲ ਤਾਂ ਜੀ ਡਾਕਟਰ ਸਾਹਿਬ ਹਰੇਕ ਨੇ ਯੂਜ਼ ਕਰਨਾ ਹੈ ਤੇ ਹਰੇਕ ਨੇ ਗਰਦਨ ਹੇਠਾਂ ਵੀ ਰੱਖਣੀ ਹੈ, ਫਿਰ ਮੋਬਾਈਲ ਇਸਤੇਮਾਲ ਕਰਨ ਦਾ ਵੀ ਕੋਈ ਸਹੀ ਤਰੀਕਾ ਤੁਹਾਡੇ ਮੁਤਾਬਕ ਹੋਊਗਾ? ਦੇਖੋ ਮੋਬਾਈਲ ਦਾ ਇਹ ਹੈ, ਜਿਹੜਾ ਮੋਬਾਈਲ ਹੈ ਪਹਿਲੀ ਗੱਲ ਤਾਂ ਫੋਨ ਉਹ ਫੋਨ ਲਈ ਬਣਿਆ ਹੋਇਆ ਹੈ, ਨਾ ਕਿ ਫੇਸਬੁੱਕ ਲਈ ਬਣਿਆ ਹੈ। ਜੇ ਆਪਾਂ ਲੰਬੇ ਟਾਈਮ ਤੱਕ ਕੋਈ ਕੰਮ ਕਰਨਾ ਹੈ, ਜਿਵੇਂ ਆਫਿਸ ਦਾ ਕੰਮ ਕਰਨਾ ਹੈ, ਤਾਂ ਆਪਾਂ ਨੂੰ ਡੈਸਕਟਾਪ 'ਤੇ ਕਰਨਾ ਚਾਹੀਦਾ ਹੈ, ਚੇਅਰ ਟੇਬਲ 'ਤੇ ਬੈਠ ਕੇ। ਜਿਹੜਾ ਮੋਬਾਈਲ ਹੈ ਇਸ ਤਰ੍ਹਾਂ, ਜਿਵੇਂ ਆਪਾਂ ਜਦੋਂ ਫੋਨ ਸੁਣਦੇ ਹਾਂ ਤਾਂ ਇਸ ਤਰ੍ਹਾਂ ਨਹੀਂ ਸੁਣਨਾ ਚਾਹੀਦਾ, ਐਬਨੋਰਮਲ ਪੋਜੀਸ਼ਨ ਆਫ ਨੈਕ ਰਹਿੰਦੀ ਹੈ ਇਹਦੇ ਵਿੱਚ। ਆਪਾਂ ਨੋਰਮਲ ਜਿਵੇਂ ਆਪਾਂ ਕੰਨ 'ਤੇ ਲਾ ਕੇ ਸੁਣਦੇ ਹਾਂ, ਜਾਂ ਫਿਰ ਅੱਜ ਕੱਲ੍ਹ ਅਸੀਂ ਕਹਿੰਦੇ ਵੀ ਜਿਹੜੇ ਈਅਰ ਆਪਣਾ ਉਹ ਯੂਜ਼ ਕਰੋ, ਈਅਰਫੋਨ ਯੂਜ਼ ਕਰੋ, ਠੀਕ ਹੈ ਨਾ, ਏਅਰਪੋਡ ਜਿਸ ਤਰ੍ਹਾਂ ਆਉਂਦੇ ਨੇ ਉਹ ਯੂਜ਼ ਕਰੋ। ਦੂਸਰਾ ਜਿਹੜਾ ਹੈ, ਜਿਹੜੇ ਆਪਾਂ ਫੇਸਬੁੱਕ ਵਗੈਰਾ ਦੇਖਦੇ ਹਾਂ ਤਾਂ ਉਹਨੂੰ ਸਾਹਮਣੇ ਰੱਖ ਕੇ ਯੂਜ਼ ਕਰੋ। ਅਤੇ ਜੇ ਲੰਬੇ ਟਾਈਮ ਤੱਕ ਇਸ ਤਰ੍ਹਾਂ ਕਰਨਾ ਪੈਂਦਾ ਤਾਂ ਹਰ 15 ਮਿੰਟ ਬਾਅਦ ਤੁਸੀਂ ਸਟਰੈਚਸ ਕਰੋ ਨੈਕ ਦੇ, ਅਤੇ ਉਹਦੇ ਨਾਲ ਫਿਰ ਇਹ ਆਪਣਾ ਅਬਿਊਜ਼ ਨਹੀਂ ਹੋਏਗਾ ਅਤੇ ਆਪਣੇ ਨੈਕ ਪੇਨ ਦਾ ਇੰਸੀਡੈਂਸ ਘਟੇਗਾ। ਤੇ ਫਿਰ ਸਾਡੇ ਦਰਸ਼ਕਾਂ ਨੂੰ ਉਹ ਵੀ ਐਕਸਰਸਾਈਜ਼ ਦੱਸੋ ਡਾਕਟਰ ਸਾਹਿਬ, ਜਿਹਦੇ ਨਾਲ ਸਾਡੀ ਰੀੜ੍ਹ ਦੀ ਹੱਡੀ ਹੈ ਜਿਹੜੀ ਉਹ ਮਜ਼ਬੂਤ ਹੋਵੇ। ਸਭ ਤੋਂ ਜ਼ਬਰਦਸਤ ਐਕਸਰਸਾਈਜ਼ ਕਿਹੜੀ ਹੈ? ਦੇਖੋ ਜੀ, ਜੇ ਆਪਾਂ ਗਰਦਨ ਦੀ ਗੱਲ ਕਰੀਏ, ਗਰਦਨ ਦੇ ਵਿੱਚ ਸਟਰੈਚਸ ਹੁੰਦੇ ਨੇ। ਅਸੀਂ ਕਹਿੰਦੇ 6 ਮੂਵਮੈਂਟਸ ਹੈਗੀਆਂ ਗਰਦਨ ਦੀਆਂ, ਅੱਗੇ ਨੂੰ, ਪਿੱਛੇ ਨੂੰ, ਇੱਕ ਸਾਈਡਵੇਜ਼, ਇੱਕ ਰੋਟੇਸ਼ਨਸ ਹੁੰਦੀਆਂ। ਇਹ 6 ਮੂਵਮੈਂਟਸ ਨੇ। ਤਾਂ ਪਹਿਲਾਂ ਤਾਂ ਸਟਰੈਚਸ ਕਰਨੇ ਨੇ, ਜਿਵੇਂ ਅੱਗੇ ਨੂੰ ਝੁਕਿਆ ਤਾਂ ਥੋੜ੍ਹਾ ਜਿਹਾ ਸਟਰੈਚ ਕੀਤਾ, ਫਿਰ ਪਿੱਛੇ ਨੂੰ ਲੈ ਕੇ ਗਏ ਤਾਂ ਥੋੜ੍ਹਾ ਜਿਹਾ ਸਟਰੈਚ ਕੀਤਾ। ਉਸ ਤਰ੍ਹਾਂ ਜੇ ਆਪਾਂ ਸਾਈਡ 'ਤੇ ਗਏ ਤਾਂ ਇਹਨੂੰ ਵੀ ਥੋੜ੍ਹਾ ਜਿਹਾ ਸਟਰੈਚ ਕਰਕੇ ਆਪਾਂ ਕੰਨ ਨੂੰ ਮੋਢੇ ਨਾਲ ਲਾਣਾ ਹੈ। ਇਸ ਤਰ੍ਹਾਂ ਇਸ ਤਰਫ ਨੂੰ ਸਟਰੈਚ ਕਰਨਾ ਹੈ, ਇਸ ਤਰ੍ਹਾਂ ਰੋਟੇਸ਼ਨ ਨੂੰ ਸਟਰੈਚ ਕਰਨਾ ਹੈ। ਤਾਂ ਜਿਵੇਂ ਆਪਾਂ ਰੋਟੇਸ਼ਨ ਕਰ ਲਈ ਨੈਕ ਦੀ, ਤਾਂ ਅੱਗੇ ਥੋੜ੍ਹਾ ਜਿਹਾ ਹੋਰ ਸਟਰੈਚ ਕਰ ਦੇਣਾ ਹੈ। ਇਹ 6 ਐਕਸਰਸਾਈਜ਼ ਹੋ ਗਈਆਂ। ਹੁਣ ਇਹਨਾਂ 6 ਐਕਸਰਸਾਈਜ਼ ਨੂੰ ਅਪੋਜ਼ ਕਰਨਾ ਹੈ। ਜਿਵੇਂ ਅੱਗੇ ਨੂੰ ਆਪਾਂ ਕਰਦੇ ਹਾਂ ਤਾਂ ਅੱਗੇ ਨੂੰ ਇੱਥੋਂ ਰਜਿਸਟੈਂਸ ਦੇਣੀ ਹੈ, ਤਾਂ ਅੱਗੇ ਨੂੰ ਆਪਾਂ ਰਜਿਸਟੈਂਸ ਦੇ ਕੇ 10 ਤੱਕ ਗਿਣਨਾ ਹੈ, ਤਾਂ ਉਹਦੇ ਨਾਲ ਇਹ ਵਾਲੀਆਂ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ। 10 ਵਾਰ ਇਹ ਕਰਨੀ ਹੈ। ਉਸ ਤਰ੍ਹਾਂ ਪਿੱਛੇ ਨੂੰ, ਇਹ ਪਿਛਲੀ ਮੂਵਮੈਂਟ ਹੋ ਗਈ, ਉਹਨੂੰ ਅਪੋਜ਼ ਕਰਨਾ ਹੈ। ਇਸ ਤਰ੍ਹਾਂ ਸਾਈਡ ਨੂੰ, ਜਿਵੇਂ ਸਾਈਡ ਇਹ ਵਾਲੀ ਮੂਵਮੈਂਟ ਹੈ, ਇਹਨੂੰ ਅਪੋਜ਼ ਕਰਨਾ ਇਹਨੂੰ, ਤਾਂ ਉਹਦੇ ਨਾਲ ਇਹ ਵਾਲੀਆਂ ਮਾਸਪੇਸ਼ੀਆਂ ਮਜ਼ਬੂਤ ਹੋ ਰਹੀਆਂ। ਅਤੇ ਫਿਰ ਇੱਧਰ ਨੂੰ ਜਦੋਂ ਆਪਾਂ ਭਾਰ ਦੇਵਾਂਗੇ ਤਾਂ ਇਹ ਵਾਲੀਆਂ ਮਾਸਪੇਸ਼ੀਆਂ। ਉਸ ਤਰ੍ਹਾਂ ਰੋਟੇਟਰਸ ਮਜ਼ਬੂਤ ਕਰਨੇ, ਜਿਵੇਂ ਗਰਦਨ ਘੁਮਾਈ ਤਾਂ ਇਹਦੇ ਨਾਲ ਰੋਕਣਾ ਹੈ, ਅਤੇ ਗਰਦਨ ਘੁਮਾਈ ਤਾਂ ਇਸ ਤਰ੍ਹਾਂ ਰੋਕਣਾ ਹੈ। ਅਤੇ ਆਪਾਂ ਬੜੇ ਆਰਾਮ ਨਾਲ 15 ਮਿੰਟ ਦੇ ਵਿੱਚ ਸਾਰੀਆਂ ਕਸਰਤ ਕਰ ਸਕਦੇ ਹਾਂ। ਅਤੇ ਉਸ ਤਰ੍ਹਾਂ ਕੁਛ ਕਮਰ ਦੀਆਂ ਕਸਰਤ ਹੁੰਦੀਆਂ ਹੈਗੀਆਂ, ਅਤੇ ਜਿਹੜੀਆਂ ਆਪਾਂ ਬੜੇ ਸਿੰਪਲ 5-6 ਐਕਸਰਸਾਈਜ਼ ਹੈਗੀਆਂ, ਜੇ ਆਪਾਂ ਡੇਲੀ ਕਰੀ ਤਾਂ ਉਹਦੇ ਨਾਲ ਆਪਣੀ ਇਹ ਜਿਹੜੀ ਰੀੜ੍ਹ ਦੀ ਹੱਡੀ ਹੈ ਉਹ ਕਾਫੀ ਮਜ਼ਬੂਤ ਰਹਿੰਦੀ ਹੈ। ਇਹ ਆਪਣੇ ਜਿਹੜੀ ਯੋਗਾ ਦੀ ਪ੍ਰੈਕਟਿਸ ਸੀ ਪੁਰਾਣੀ, ਯੋਗਾ ਦੇ ਵਿੱਚ ਵੀ ਸੇਮ ਐਕਸਰਸਾਈਜ਼ ਸਿਖਾਈਆਂ ਗਈਆਂ, ਤਾਂ ਬੜੀ ਚੰਗੀ ਹੈ, ਜਿਹਦੇ ਨਾਲ ਸਟੇਬਿਲਿਟੀ ਮੇਨਟੇਨ ਰਹਿੰਦੀ ਹੈ ਆਪਣੇ ਕਾਲਮ ਦੀ, ਸਪਾਈਨਲ ਕਾਲਮ ਦੀ। ਅਤੇ ਫਿਰ ਇੱਕ ਤੁਹਾਡਾ ਬੜਾ ਕੀਮਤੀ ਵਕਤ ਹੁੰਦਾ ਹੈ, ਪੇਸ਼ੈਂਟ ਵੀ ਤੁਹਾਡੇ ਕੋਲ ਬੈਠੇ ਨੇ, ਜਾਂਦੇ ਜਾਂਦੇ ਇੱਕ ਹੋਰ ਅਹਿਮ ਜਾਣਕਾਰੀ ਸਾਡੇ ਨਾਲ ਸਾਂਝੀ ਕਰੋ। ਕਿਹੜੀ ਪੋਜੀਸ਼ਨ 'ਤੇ ਆ ਕੇ ਫਿਰ ਆਪਰੇਸ਼ਨ ਦੀ ਲੋੜ ਪੈਂਦੀ ਹੈ? ਬੜਾ ਅਹਿਮ ਸਵਾਲ ਹੈ, ਕਿਉਂਕਿ ਸਾਡੇ ਕੋਲ ਆਯੁਰਵੇਦਾ ਦਾ ਵੀ ਬਹੁਤ ਵੱਡਾ ਭੰਡਾਰ ਹੈ, ਸਾਡੇ ਕੋਲ ਯੋਗਾ ਵਾਲਾ ਵੀ ਹੈਗਾ, ਮੈਡੀਟੇਸ਼ਨ ਵਾਲਾ ਵੀ ਹੈਗਾ। ਕਿਤੇ ਨਾ ਕਿਤੇ ਜਾ ਕੇ ਉਹਨਾਂ ਦੇ ਵੀ ਸਾਰਿਆਂ ਦੀ ਲਿਮਿਟੇਸ਼ਨਸ ਨੇ, ਅਤੇ ਕਦੋਂ ਬੰਦੇ ਨੂੰ ਆਪਰੇਸ਼ਨ ਕਰਵਾ ਲੈਣਾ ਚਾਹੀਦਾ ਹੈ? ਤੁਸੀਂ ਆਪਣੀ ਲਿਮਿਟੇਸ਼ਨ ਉਹਨਾਂ ਨੂੰ ਸੈੱਟ ਕੀਤੀ ਹੋਣੀ ਹੈ, ਤੁਸੀਂ ਪੇਸ਼ੈਂਟ ਹੁਣ ਤੱਕ ਹਜ਼ਾਰਾਂ ਲਗਾ ਚੁੱਕੇ ਹੋ। ਕਿਹੜੀ ਉਹ ਥਾਂ ਹੁੰਦੀ ਹੈ, ਕਿਹੜੀ ਉਹ ਮੂਵਮੈਂਟ ਹੁੰਦੀ ਹੈ ਜਿਸ ਤੋਂ ਬਾਅਦ ਜਾ ਕੇ ਮਤਲਬ ਇਹ ਲੱਗਣ ਲੱਗ ਜਾਂਦਾ ਕਿ ਹੁਣ ਅਗਰ ਕਿਸੇ ਹੋਰ ਪਾਸੇ ਜਾਂਦੇ ਆ ਤਾਂ ਵੇਸਟ ਆਫ ਟਾਈਮ, ਵੇਸਟ ਆਫ ਜਿਹੜਾ ਮਨੀ ਹੈ? ਦੇਖੋ, ਬਹੁਤ ਹੀ ਤੁਸੀਂ ਚੰਗਾ ਸਵਾਲ ਪੁੱਛਿਆ, ਕਿਉਂਕਿ ਮੇਰੇ ਕੋਲ ਬਹੁਤ ਮਰੀਜ਼ ਆਉਂਦੇ ਨੇ ਤਾਂ ਉਹ ਕਾਫੀ ਕਨਫਿਊਜ਼ ਰਹਿੰਦੇ ਨੇ ਇਸ ਨੂੰ ਲੈ ਕੇ ਕਿ ਕਦੋਂ ਆਪਰੇਸ਼ਨ ਕਰਾਉਣਾ ਚਾਹੀਦਾ ਅਤੇ ਕਦੋਂ ਨਹੀਂ ਕਰਾਉਣਾ ਚਾਹੀਦਾ। ਅਤੇ ਤੁਸੀਂ ਬੜੇ ਹੈਰਾਨ ਹੋਵੋਗੇ ਕਿ ਜਿਹੜੀ ਸਾਡੀਆਂ ਇੰਡੀਕੇਸ਼ਨ ਨੇ ਬੜੀਆਂ ਕਲੀਅਰ ਕੱਟ ਨੇ ਡਿਜ਼ੀਜ਼ ਟੂ ਡਿਜ਼ੀਜ਼। ਜਿਵੇਂ ਆਪਾਂ ਰੀੜ੍ਹ ਦੀ ਹੱਡੀ 'ਚ ਡੀਜਨਰੇਟਿਵ ਡਿਸਆਰਡਰ ਦੀ ਗੱਲ ਕਰੀਏ, ਡੀਜਨਰੇਟਿਵ ਮਤਲਬ ਜਿਹੜੀ ਉਮਰ ਦੇ ਨਾਲ ਹੋ ਜਾਂਦੀ, ਜਿਵੇਂ ਕਿਸੇ ਦੀ ਡਿਸਕ ਹਿੱਲ ਜਾਂਦੀ ਹੈ, ਇਹਨੂੰ ਡੀਜਨਰੇਟਿਵ ਡਿਸਆਰਡਰ ਕਹਿੰਦੇ ਆ। ਗਰਦਨ 'ਚ ਡਿਸਕ ਹਿੱਲ ਗਈ ਜਾਂ ਕਮਰ ਦੇ ਵਿੱਚ ਡਿਸਕ ਹਿੱਲ ਗਈ, ਤਾਂ ਉਹਦੇ ਵਿੱਚ ਸਭ ਤੋਂ ਪਹਿਲਾਂ ਹਮੇਸ਼ਾ ਅਸੀਂ ਫਿਜ਼ੀਓਥੈਰੇਪੀ ਅਤੇ ਦਵਾਈਆਂ ਨਾਲ ਹੀ ਕੋਸ਼ਿਸ਼ ਕਰਦੇ ਹਾਂ। ਹੁਣ ਫਿਜ਼ੀਓਥੈਰੇਪੀ 'ਚ ਦਵਾਈਆਂ ਨਾਲ 3 ਮਹੀਨੇ ਅਸੀਂ ਕੋਸ਼ਿਸ਼ ਕਰਨੀ ਹੁੰਦੀ ਹੈ। 3 ਮਹੀਨੇ ਦੇ ਵਿੱਚ 95% ਮਰੀਜ਼ ਬਿਨਾਂ ਆਪਰੇਸ਼ਨ ਤੋਂ ਠੀਕ ਹੋ ਜਾਂਦੇ ਨੇ। ਜਿਹੜੇ 5% ਮਰੀਜ਼ 3 ਮਹੀਨੇ ਤੋਂ ਬਾਅਦ ਵੀ ਠੀਕ ਨਹੀਂ ਹੁੰਦੇ, ਉਹਨਾਂ ਨੂੰ ਫਿਰ ਆਪਰੇਸ਼ਨ ਕਰਾਉਣਾ ਚਾਹੀਦਾ ਹੈ। ਹੁਣ 3 ਤੋਂ 6 ਮਹੀਨੇ ਦਾ ਅਸੀਂ ਗੋਲਡਨ ਪੀਰੀਅਡ ਕਹਿੰਦੇ, ਤਾਂ 95% ਮਰੀਜ਼ ਤਾਂ 3 ਮਹੀਨੇ 'ਚ ਠੀਕ ਹੋ ਗਏ, 5% ਮਰੀਜ਼ ਨਾਲ ਆਪਰੇਸ਼ਨ। ਤੁਹਾਡੇ ਕੋਲ ਵੀ ਜਿਹੜੇ ਮਰੀਜ਼ ਆਉਂਦੇ ਨੇ ਐਕਸਰਸਾਈਜ਼ ਨਾਲ 95%, 95% ਬਹੁਤ ਵੱਡੀ ਗਿਣਤੀ ਹੁੰਦੀ ਹੈ। ਬਿਲਕੁਲ ਬਿਲਕੁਲ, ਸਿਰਫ 5% ਹੀ ਮਰੀਜ਼ਾਂ ਨੂੰ ਆਪਰੇਸ਼ਨ ਦੀ ਲੋੜ ਪੈਂਦੀ ਹੈ। ਅਤੇ ਜਿਹੜਾ 3 ਤੋਂ 6 ਮਹੀਨੇ ਦਾ ਹੁੰਦਾ ਹੈ ਗੋਲਡਨ ਪੀਰੀਅਡ ਹੁੰਦਾ ਹੈ, 3 ਤੋਂ 6 ਮਹੀਨੇ ਦੇ ਵਿੱਚ ਆਪਰੇਸ਼ਨ ਕਰਾ ਲੈਣਾ ਚਾਹੀਦਾ ਹੈ। ਜਦੋਂ 6 ਮਹੀਨੇ ਤੋਂ ਲੇਟ ਹੋ ਜਾਂਦੇ ਆਪਾਂ ਤਾਂ ਨਸਾਂ ਦੇ ਉੱਪਰ ਜੇ ਦਬਾਅ ਹੈ 6 ਮਹੀਨੇ ਤੋਂ ਜ਼ਿਆਦਾ ਤਾਂ ਨਸ ਡੈਮੇਜ ਹੁੰਦੀ ਰਹਿੰਦੀ ਹੈ। ਅਤੇ 6 ਮਹੀਨੇ ਤੋਂ ਬਾਅਦ ਵੀ ਦੇਖੋ ਆਪਰੇਸ਼ਨ ਤਾਂ ਅਸੀਂ 2 ਸਾਲ ਬਾਅਦ ਵੀ ਕਰਦੇ ਹਾਂ, ਪਰ ਰਿਜ਼ਲਟ 3 ਤੋਂ 6 ਮਹੀਨੇ ਦੇ ਵਿੱਚ ਆਉਂਦਾ, 2 ਸਾਲ 'ਤੇ ਨਹੀਂ ਆਉਂਦਾ। ਤਾਂ ਸਭ ਤੋਂ ਪਹਿਲਾਂ ਤਾਂ 3 ਮਹੀਨੇ ਦੀ ਜਿਹਨੇ ਫਿਜ਼ੀਓਥੈਰੇਪੀ ਟਰਾਈ ਕਰ ਲਈ ਅਤੇ ਦਰਦ ਨਹੀਂ ਜਾ ਰਿਹਾ, ਉਹਨੂੰ ਆਪਰੇਸ਼ਨ ਦੀ ਲੋੜ ਪੈਂਦੀ ਹੈ। ਦੂਸਰਾ, ਇਮੀਡੀਏਟਲੀ ਵੀ ਕਈ ਵਾਰ ਆਪਰੇਸ਼ਨ ਦੀ ਲੋੜ ਪੈਂਦੀ ਹੈ, ਜਿਹਨੂੰ ਜਿਵੇਂ ਕਈ ਵਾਰ ਪਿਸ਼ਾਬ ਦੀਆਂ ਨਸਾਂ ਦਬ ਗਈਆਂ
ਲੈਟਰਿਨ ਦੀਆਂ ਨਸਾਂ ਦਬ ਗਈਆਂ, ਉਹਦੇ ਵਿੱਚ ਸਾਨੂੰ 6 ਘੰਟੇ ਦੇ ਅੰਦਰ ਆਪਰੇਸ਼ਨ ਕਰਨਾ ਹੁੰਦਾ, ਮੈਕਸਿਮਮ 24 ਘੰਟੇ ਦੇ ਅੰਦਰ, ਤਾਂ ਕਿ ਉਹ ਨਸਾਂ ਰਿਕਵਰ ਹੋ ਜਾਣ। ਜਾਂ ਕਿਸੇ ਨੂੰ ਪੈਰਾਂ 'ਚ ਕਮਜ਼ੋਰੀ ਆ ਗਈ, ਜਿਵੇਂ ਕਿਸੇ ਦਾ ਐਂਕਲ ਵੀਕ ਹੋ ਗਿਆ, ਪੈਰ ਉੱਪਰ ਨਹੀਂ ਚੱਕ, ਮੇਜਰ ਮਸਲ ਕਹਿੰਦੇ, ਜਿਵੇਂ ਗਰਦਨ ਦੀ ਡਿਸਕ ਹਿੱਲ ਗਈ ਤਾਂ ਮੋਢਾ ਉੱਪਰ ਨਹੀਂ ਜਾ ਰਿਹਾ, ਵੀ ਮੋਢੇ 'ਚ ਕਮਜ਼ੋਰੀ ਆ ਗਈ, ਰਿਸਟ ਦੇ 'ਚ ਕਮਜ਼ੋਰੀ ਆ ਗਈ, ਤੇ ਉਹਨਾਂ ਨੂੰ ਵੀ ਫਿਰ ਅਸੀਂ ਛੇਤੀ ਆਪਰੇਸ਼ਨ ਲਈ ਕਹਿੰਦੇ ਹਾਂ। ਇਹ ਅੱਜ ਕੱਲ੍ਹ ਨਾ ਜੀ ਇੱਕ ਹੋਰ ਬੜਾ ਨਾਮ ਚੱਲ ਰਿਹਾ ਲਿਗਾਮੈਂਟ, ਕਿਹਨੂੰ ਕਹਿੰਦੇ ਨੇ ਜੀ? ਲਿਗਾਮੈਂਟ ਕੀ ਚੀਜ਼ ਹੁੰਦੀ ਹੈ? ਜਿਹੜੇ ਵੀ ਡਾਕਟਰ ਕੋਲ ਜਾਂਦੇ ਹੋ ਕਹਿੰਦੇ ਤੇਰੇ ਗੋਡੇ ਦਾ ਲਿਗਾਮੈਂਟ ਹਿੱਲ ਗਿਆ, ਜਾਂ ਤੇਰੀ ਲੱਤ ਦੇ ਵਿੱਚੋਂ ਕੋਈ ਲਿਗਾਮੈਂਟ ਬ੍ਰੇਕ ਕਰ, ਉਹ ਕੀ ਚੀਜ਼ ਹੁੰਦੀ ਹੈ ਜੀ? ਲਿਗਾਮੈਂਟ ਕੀ ਹੁੰਦਾ ਹੈ? ਜਿਵੇਂ ਆਪਣੀ ਸਰੀਰ ਦੇ ਵਿੱਚ ਬਹੁਤ ਸਾਰੀਆਂ ਹੱਡੀਆਂ ਨੇ, ਤਾਂ ਉਹ ਹੱਡੀਆਂ ਮੂਵਮੈਂਟ ਕਰਦੀਆਂ, ਉਹ ਮੂਵਮੈਂਟ ਨੂੰ ਰੈਗੂਲੇਟ ਕਰਦਾ ਹੈ। ਹੱਡੀ ਤੋਂ ਹੱਡੀ ਨੂੰ ਇੱਕ ਰੱਸੀ ਦੀ ਤਰ੍ਹਾਂ ਅਟੈਚਮੈਂਟ ਹੁੰਦੀ ਹੈ, ਜਿਹਨੂੰ ਲਿਗਾਮੈਂਟ ਕਹਿੰਦੇ ਆ। ਜਿਵੇਂ ਗੋਡਾ ਹੈ, ਹੁਣ ਗੋਡਾ ਇੱਕ ਪਰਟੀਕੂਲਰ ਆਰਕ ਦੇ ਵਿੱਚ ਮੂਵ ਕਰਦਾ ਹੈ, ਹੁਣ ਜੇ ਆਪਾਂ ਉਹ ਹੱਡੀਆਂ ਰੱਖਦੇ ਹੋ ਤਾਂ ਕਿਵੇਂ ਵੀ ਮੂਵ ਕਰੀ ਜਾਣਗੀਆਂ, ਤਾਂ ਮਸਲ ਤੇ ਲਿਗਾਮੈਂਟ ਉਹ ਮਿਲ ਕੇ ਉਹਨੂੰ ਆਰਕ ਨੂੰ ਮੇਨਟੇਨ ਕਰਦੇ ਨੇ। ਤਾਂ ਗੋਡੇ ਵਿੱਚ ਮੇਜਰਲੀ 2 ਲਿਗਾਮੈਂਟ ਹੁੰਦੇ ਨੇ, ਜਿਹਨੂੰ ACL ਤੇ PCL ਕਹਿੰਦੇ ਆ, ਇੱਕ ਅੱਗੇ ਹੁੰਦਾ ਇੱਕ ਪਿੱਛੇ ਹੁੰਦਾ। ਜੇ ਉਹ ਆਮ ਤੌਰ 'ਤੇ ਖਿਡਾਰੀਆਂ ਟੁੱਟ ਜਾਂਦੇ ਨੇ, ਜਿਵੇਂ ਫੁੱਟਬਾਲ ਖੇਡਦੇ ਹੋਏ ਹੈ ਨਾ, ਤੇ ਉਹ ਜੇ ਉਹ ਲਿਗਾਮੈਂਟ ਟੁੱਟ ਜਾਏ ਤਾਂ ਗੋਡੇ ਦੀ ਮੂਵਮੈਂਟ ਐਬਨੋਰਮਲ ਹੋ ਜਾਂਦੀ ਹੈ, ਤਾਂ ਉਸ ਕੇਸ 'ਚ ਰਿਪੇਅਰ ਕਰਾਉਣਾ ਜ਼ਰੂਰੀ ਹੋ ਜਾਂਦਾ ਹੈ। ਜੇ ਆਪਾਂ ਇਹਨੂੰ ਨਾ ਰੀਕਨਸਟਰਕਟ ਕਰੀਏ ਤਾਂ ਫਿਰ ਗੋਡਾ ਹੌਲੀ ਹੌਲੀ ਖਰਾਬ ਹੁੰਦਾ ਰਹਿੰਦਾ ਹੈ। ਪਰ ਇਹ ਲਿਗਾਮੈਂਟ ਸਿਰਫ ਗੋਡੇ 'ਚ ਨਹੀਂ ਹੁੰਦੇ, ਮੋਢੇ 'ਚ ਵੀ ਹੁੰਦੇ ਨੇ, ਤੇ ਉਵੇਂ ਰੀੜ੍ਹ ਦੀ ਹੱਡੀ 'ਚ ਵੀ ਹੁੰਦੇ ਨੇ। ਪਰ ਰੀੜ੍ਹ ਦੀ ਹੱਡੀ ਦੇ ਲਿਗਾਮੈਂਟਸ ਦਾ ਜੇ ਅਸੀਂ ਆਪਰੇਸ਼ਨ ਨਹੀਂ ਕਰਦੇ, ਉਹ ਐਕਸਰਸਾਈਜ਼ ਨਾਲ ਹੀ ਠੀਕ ਕਰਦੇ ਹਾਂ। ਪਰ ਜਿਵੇਂ ਮੋਢੇ ਦੇ ਵਿੱਚ ਹੋ ਗਏ, ਗੋਡੇ 'ਚ ਹੋ ਗਏ, ਇਹ ਸਾਰੇ ਲਿਗਾਮੈਂਟਸ ਦਾ ਆਪਰੇਸ਼ਨ ਕੀਤਾ ਜਾਂਦਾ ਹੈ। ਅੱਛਾ, ਤੇ ਡਾਕਟਰ ਸਾਹਿਬ ਬੜੀ ਖੋਜ ਤੋਂ ਬਾਅਦ ਅਸੀਂ ਤੁਹਾਡੇ ਕੋਲ ਪਹੁੰਚੇ ਹਾਂ। ਬਹੁਤ ਪੂਰੇ ਪੰਜਾਬ ਦੇ ਵਿੱਚ ਤੁਹਾਡੇ ਆਪਰੇਸ਼ਨਾਂ ਦੀ ਬੜੀ ਚਰਚਾ ਹੈ। ਜੇਕਰ ਤੁਹਾਨੂੰ ਮਿਲਣਾ ਹੋਵੇ, ਤੁਸੀਂ ਹਫਤੇ 'ਚ ਕਿੱਥੇ ਮਿਲਦੇ ਹੋ? ਮਹੀਨੇ 'ਚ ਇੱਕ ਵਾਰ ਤੁਸੀਂ ਸੁਨਾਮ ਵੀ ਆਉਣੇ ਹੋ, ਤੇ ਇਸ ਤੋਂ ਪਹਿਲਾਂ ਫਿਰ ਕਿੱਥੇ ਮਿਲ ਸਕਦੇ ਹਾਂ ਅਗਰ ਕਿਸੇ ਨੇ ਮਿਲਣਾ ਹੋਵੇ? ਤੇ ਤੁਹਾਨੂੰ ਮਿਲਣ ਦਾ ਢੰਗ ਕੀ ਹੈ? ਦੇਖੋ, ਇਸ ਦੇ ਵਿੱਚ ਮੈਂ ਆਰਟੀਮਿਸ ਹਸਪੀਟਲ ਹੈ ਗੁੜਗਾਉਂ ਦੇ ਵਿੱਚ, ਕਾਫੀ ਵੱਡਾ ਹਸਪੀਟਲ ਹੈ, ਤੇ 500 ਬੈਡਡ ਹਸਪੀਟਲ ਹੈ। ਉੱਥੇ ਮੈਂ ਡੇਲੀ ਸਵੇਰੇ 8 ਵਜੇ ਤੋਂ ਲੈ ਕੇ ਆਲਮੋਸਟ ਸ਼ਾਮ ਨੂੰ 7-8 ਵਜੇ ਤੱਕ ਹੁੰਦਾ। ਤੇ ਇਹਦੇ ਵਿੱਚ ਮੇਰੇ ਕੋਆਰਡੀਨੇਟਰ ਹੈ ਅਨਿਲ, ਉਹਨਾਂ ਦਾ ਨੰਬਰ ਹੈ 8377004016। ਇਹ ਨੰਬਰ ਤੇ ਕੰਟੈਕਟ ਕਰਕੇ ਕਦੋਂ ਵੀ ਮੇਰੀ ਅਪਾਇੰਟਮੈਂਟ ਲਈ ਜਾ ਸਕਦੀ ਹੈ। ਉਸ ਦੇ ਨਾਲ ਕਿਉਂਕਿ ਮੈਂ ਸੁਨਾਮ ਏਰੀਆ ਨੂੰ ਬਿਲੋਂਗ ਕਰਦਾ, ਤੇ ਹਰ ਮਹੀਨੇ ਮੈਂ ਫਸਟ ਜਿਹੜਾ ਵੀਕਐਂਡ ਹੈ ਸੈਟਰਡੇ, ਉਦੋਂ ਮੈਂ ਸੁਨਾਮ ਆਉਂਦਾ, ਤੇ ਇੱਥੇ ਮੈਂ ਆ ਕੇ OPD ਕਰਦਾ, ਤਾਂ ਕਿ ਮੈਂ ਆਪਣੇ ਏਰੀਆ ਨਾਲ, ਮੈਨੂੰ ਵੀ ਚੰਗਾ ਲੱਗਦਾ ਹੈ ਕਿ ਜੁੜਿਆ ਮਹਿਸੂਸ ਕਰਦਾ। ਤੇ ਇੱਥੇ ਵੀ ਜੇ ਕਿਸੇ ਨੇ ਦਿਖਾਉਣਾ ਹੈ ਤਾਂ ਇਸ ਏਰੀਆ 'ਤੇ ਉਹ ਅਪਾਇੰਟਮੈਂਟ ਲੈ ਸਕਦੇ ਨੇ। ਉਹਦਾ ਹੀ ਨੰਬਰ ਹੈ 9872020596। ਹਾਂਜੀ ਡਾਕਟਰ ਸਾਹਿਬ, ਬੜੀਆਂ ਕੀਮਤੀ ਗੱਲਾਂ ਨੇ। ਮੈਨੂੰ ਲੱਗਦਾ ਕਿ ਇੱਕ ਇੰਟਰਵਿਊ ਨਾਲ ਸਾਡੀ ਗੱਲ ਨਹੀਂ ਬਣਨੀ, ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਮੋਢੇ, ਗੋਡੇ, ਗਰਦਨ ਔਰ ਜਿਹੜੀ ਰੀੜ੍ਹ ਦੀ ਹੱਡੀ ਨਾਲ ਡਾਇਰੈਕਟਲੀ ਇਨਡਾਇਰੈਕਟਲੀ ਜਿਹੜੀ ਵੀ ਚੀਜ਼ਾਂ ਜੁੜੀਆਂ ਹੋਈਆਂ ਨੇ, ਅਸੀਂ ਕੋਸ਼ਿਸ਼ ਕਰਾਂਗੇ ਡਾਕਟਰ ਸਾਹਿਬ ਨਾਲ ਅਗਲੀ ਮੁਲਾਕਾਤ ਦੇ ਵਿੱਚ ਉਸ ਚੀਜ਼ ਬਾਬਤ ਅਸੀਂ ਤੁਹਾਨੂੰ ਜਾਣਕਾਰੀ ਦਈਏ, ਤਾਂ ਕਿ ਜਿਹੜੇ ਲੋਕ ਨੇ ਘਰ ਦੇ ਵਿੱਚ ਰਹਿ ਕੇ ਫਿੱਟ ਹੋਣ। ਕਿਉਂਕਿ ਤੁਸੀਂ ਇਕੱਲੇ ਹੋ, ਬਿਮਾਰ ਬਹੁਤ ਦੁਨੀਆ ਹੈ, ਬਹੁਤ ਜ਼ਿਆਦਾ ਲੋਕ ਪਰੇਸ਼ਾਨ ਨੇ। ਸਾਡੀ ਕੋਸ਼ਿਸ਼ ਹਮੇਸ਼ਾ ਇਹੀ ਰਹਿੰਦੀ ਹੈ ਕਿ ਅਸੀਂ ਜਿਹੜੇ ਗੋਡਿਆਂ ਦੀ, ਮੋਢਿਆਂ ਦੀ ਐਕਸਰਸਾਈਜ਼ ਬਾਰੇ ਡਾਕਟਰ ਸਾਹਿਬ ਤੋਂ ਅਸੀਂ ਕੰਸਲਟ ਕਰਾਂਗੇ, ਕੋਸ਼ਿਸ਼ ਕਰਾਂਗੇ ਤੁਹਾਡੇ ਘਰ ਬੈਠੇ ਜਿਹੜਾ ਟ੍ਰੀਟਮੈਂਟ ਹੈਗਾ ਉਹ ਕਰਵਾ ਸਕੀਏ। ਸੋ ਡਾਕਟਰ ਸਾਹਿਬ, ਜਾਂਦੇ ਜਾਂਦੇ ਕੋਈ ਕਿਹੜਾ ਤੁਸੀਂ ਇੱਕ ਨੁਸਖਾ ਦੇ ਕੇ ਜਾਓ ਕਿ ਜਿਹੜੀ ਰੀੜ੍ਹ ਦੀ ਹੱਡੀ ਹੈ ਉਹ ਕਦੇ ਜ਼ਿੰਦਗੀ 'ਚ ਉਹਨੂੰ ਪ੍ਰੋਬਲਮ ਹੀ ਨਾ ਆਵੇ ਬਗੈਰ ਐਕਸੀਡੈਂਟ ਤੋਂ? ਦੇਖੋ, ਇਹ ਤਾਂ ਮੈਂ ਪਹਿਲਾਂ ਵੀ ਦੱਸ ਚੁੱਕਿਆ ਆਪਣੀ ਇੰਟਰਵਿਊ 'ਚ, ਅਬਿਊਜ਼ ਨਹੀਂ ਕਰਨਾ ਉਹਨੂੰ, ਉਹ ਯੂਜ਼ ਕਰਨ ਲਈ ਬਣੀ ਹੋਈ ਹੈ। ਅਬਿਊਜ਼ ਮਤਲਬ ਉਹਦਾ ਗਲਤ ਇਸਤੇਮਾਲ ਨਹੀਂ ਕਰਨਾ, ਤੇ ਐਕਸਰਸਾਈਜ਼, ਮਾਸਪੇਸ਼ੀਆਂ ਮਜ਼ਬੂਤ ਰੱਖਣੀਆਂ। ਮੇਰਾ ਆਪਣਾ ਮੰਨਣਾ ਹੈ ਕਿ ਜੇ ਕਿਸੇ ਨੂੰ ਰੀੜ੍ਹ ਦੀ ਹੱਡੀ ਦੀ ਪ੍ਰੋਬਲਮ ਹੈ ਵੀ, ਤੇ ਜੇ ਉਹ ਢੰਗ ਨਾਲ ਐਕਸਰਸਾਈਜ਼ ਕਰੇ ਤਾਂ ਮੋਸਟਲੀ ਕੇਸ ਠੀਕ ਹੋ ਜਾਂਦੇ ਨੇ। ਜੀ, ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਸਾਰੀ ਜਾਣਕਾਰੀ ਦੇ ਲਈ। ਸੋ ਇਹ ਸਨ ਡਾਕਟਰ ਹਿਤੇਸ਼ ਗਰਗ, ਜਿਨ੍ਹਾਂ ਨੇ ਬੜੀ ਬਾਰੀਕੀ ਦੇ ਨਾਲ ਸਾਰੀਆਂ ਗੱਲਾਂ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ, ਔਰ ਬੜੇ ਨਵੇਕਲੇ ਢੰਗ ਨੇ ਜਿਹੜੇ ਉਹਨਾਂ ਨੇ ਦੱਸੇ ਨੇ ਕਿ ਕਿਹੜੀ ਐਕਸਰਸਾਈਜ਼ ਦੇ ਨਾਲ ਅਸੀਂ ਰੀੜ੍ਹ ਦੀ ਹੱਡੀ ਨੂੰ ਆਪਣੀ ਨੂੰ ਜਿਹੜੀ ਮਜ਼ਬੂਤ ਕਰ ਸਕਦੇ। ਸੋ ਅਗਲੀ ਵਾਰ ਅਸੀਂ ਕੋਸ਼ਿਸ਼ ਕਰਾਂਗੇ, ਇਸ ਵਾਰ ਅਸੀਂ ਰੀੜ੍ਹ ਦੀ ਹੱਡੀ ਦੀ ਗੱਲ ਕੀਤੀ ਹੈ, ਅਗਲੀ ਵਾਰ ਅਸੀਂ ਵੱਖੋ-ਵੱਖ ਐਕਸਰਸਾਈਜ਼ਸ ਵੀ ਜਿਹੜੇ ਆ ਡਾਕਟਰ ਸਾਹਿਬ ਤੋਂ ਸਮਝਾਂਗੇ, ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਸੀਂ ਘਰ ਦੇ ਵਿੱਚ ਬੈਠ ਕੇ ਉਹਨਾਂ ਐਕਸਰਸਾਈਜ਼ਾਂ ਦੇ ਜ਼ਰੀਏ ਹੀ, ਤਾਂ ਕਿ ਤੁਹਾਨੂੰ ਡਾਕਟਰਾਂ ਦੇ ਔਰ ਫਿਜ਼ੀਓਥੈਰੇਪਿਸਟਾਂ ਦੇ ਜਾਣ ਦੀ ਜਿਹੜੀ ਉਹ ਜ਼ਰੂਰਤ ਹੀ ਨਾ ਪਵੇ। ਘਰ ਦੇ ਵਿੱਚ ਹੀ ਤੁਸੀਂ ਚੰਗੀਆਂ ਕਸਰਤਾਂ ਕਰਕੇ ਆਪਣੇ ਸਰੀਰ ਨੂੰ, ਆਪਣੀ ਰੀੜ੍ਹ ਦੀ ਹੱਡੀ ਨੂੰ ਮਜ਼ਬੂਤ ਰੱਖ ਸਕੋ। ਕਾਸਿਫ ਫਾਰੂਕੀ, ਹਕੀਕਤ TV ਪੰਜਾਬੀ, ਸੁਨਾਮ।